Good morning students. Welcome back in our next lecture, that is chapter number 6 of class +1 programming ਅਤੇ programming ਭਾਸ਼ਾਵਾਂ ਦੀ ਧਾਰਨਾ, programming and programming fundamentals। ठीक है प्यारे बच्चों, ਅੱਜ ਆਪਾਂ ਚੈਪਟਰ ਨੰਬਰ 6 ਬਾਰੇ ਪੜਾਂਗੇ ਕਿ ਪ੍ਰੋਗਰਾਮਿੰਗ ਕੀ ਹੈ, ਇਹਦੇ ਨਾਲ ਜਿਹੜੀਆਂ ਬੇਸਿਕ ਟਰਮਸ ਯੂਜ਼ ਹੁੰਦੀਆਂ ਜਾਂ ਇਹਦੇ ਫੰਡਾਮੈਂਟਲਸ ਨੇ ਉਹ ਕੀ ਨੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਇਸ ਚੈਪਟਰ ਦੇ ਵਿੱਚ ਜੋ ਅਸੀਂ ਟਰਮਸ ਯੂਜ਼ ਕਰਾਂਗੇ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਉਹ ਕਿਹੜੀਆਂ ਟਰਮਸ ਹੈ ਤੇ ਉਹਨਾਂ ਨੂੰ ਕੀ ਕਹਿੰਦੇ ਨੇ ਤੇ ਉਹ ਕਿਉਂ ਯੂਜ਼ ਹੁੰਦੀਆਂ। ਠੀਕ ਹੈ, ਨੰਬਰ 1 ਇਜ਼, ਇੱਕ ਤਾਂ ਅਸੀਂ ਪੜਾਂਗੇ ਪ੍ਰੋਗਰਾਮ, ਨੰਬਰ 2 ਪ੍ਰੋਗਰਾਮਿੰਗ, number 3 programmer, number 4 programming process, now what is a program? Set of instructions, set of instruction is called a program। ਹਦਾਇਤਾਂ ਦੇ ਸਮੂਹ ਨੂੰ ਅਸੀਂ ਕੀ ਕਹਿੰਦੇ ਹੁੰਦੇ ਆ, ਪ੍ਰੋਗਰਾਮ ਕਹਿੰਦੇ ਹੁੰਦੇ ਆ। ਮਤਲਬ ਉਹ ਸਾਰੀਆਂ ਹਦਾਇਤਾਂ ਜਿਹੜੀਆਂ ਕਿ ਕੰਪਿਊਟਰ ਨੂੰ ਸਮਝਾਉਣ ਲਈ ਅਸੀਂ ਸਿਸਟਮ ਦੇ ਉੱਪਰ ਟਾਈਪ ਕਰਦੇ ਹਾਂ, ਲਿਖਦੇ ਹਾਂ, ਤਾਂ ਉਹ ਸਾਡੀਆਂ ਕੀ ਹੁੰਦੀਆਂ ਨੇ, ਸੈੱਟ ਆਫ ਇਨਸਟਰਕਸ਼ਨਸ ਹੁੰਦੀਆਂ। ਕੰਪਿਊਟਰ ਨੂੰ ਸਮਝ ਆਉਣ ਵਾਲੀ ਭਾਸ਼ਾ ਦੇ ਵਿੱਚ ਜੋ ਵੀ ਅਸੀਂ ਲਿਖਾਉਂਦੇ ਹਾਂ ਆਪਣੇ ਸਿਸਟਮ ਦੇ ਉੱਪਰ, ਉਹ ਕੀ ਹੁੰਦੀਆਂ, ਸਾਡੀਆਂ ਇਨਸਟਰਕਸ਼ਨਸ ਹੁੰਦੀਆਂ। ਤਾਂ ਸੈੱਟ ਆਫ ਇਨਸਟਰਕਸ਼ਨਸ ਨੂੰ, ਕਲੈਕਸ਼ਨ ਆਫ ਇਨਸਟਰਕਸ਼ਨਸ ਨੂੰ ਕੀ ਕਹਿੰਦੇ ਨੇ, ਪ੍ਰੋਗਰਾਮ ਕਹਿੰਦੇ ਨੇ। ਨਾਓ ਪ੍ਰੋਗਰਾਮਿੰਗ ਕੀ ਹੈ? ਪ੍ਰੋਸੈਸ ਆਫ ਰਾਈਟਿੰਗ ਅ ਪ੍ਰੋਗਰਾਮ। ਪ੍ਰੋਗਰਾਮ ਲਿਖਣ ਲਈ ਜਿਹੜਾ ਪ੍ਰੋਸੈਸ ਅਸੀਂ ਫੋਲੋ ਕਰਦੇ ਹਾਂ ਜਾਂ ਜਿਸ ਨਿਯਮਾਂ ਦੇ ਆਧਾਰ 'ਤੇ ਅਸੀਂ ਇੱਕ ਪ੍ਰੋਗਰਾਮ ਨੂੰ ਲਿਖਦੇ ਹਾਂ ਤਾਂ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਹਾਂ, ਪ੍ਰੋਗਰਾਮਿੰਗ। ਠੀਕ ਹੈ, ਪ੍ਰੋਗਰਾਮਰ ਅ ਪਰਸਨ ਔਰ ਯੂਜ਼ਰ that writes a program। ਤਾਂ ਪ੍ਰੋਗਰਾਮ ਕੀ ਹੈ, ਪ੍ਰੋਗਰਾਮਰ ਕੀ ਹੈ? ਇੱਕ ਪਰਸਨ ਜਾਂ ਯੂਜ਼ਰ ਜੋ ਵੀ ਉਸ ਪ੍ਰੋਗਰਾਮ ਨੂੰ ਲਿਖਵਾ ਰਿਹਾ ਜਾਂ ਲਿਖ ਰਿਹਾ ਹੈ ਤਾਂ ਉਹਨੂੰ ਅਸੀਂ ਕੀ ਕਹਾਂਗੇ, ਪ੍ਰੋਗਰਾਮਰ। ਨੈਕਸਟ ਪ੍ਰੋਗਰਾਮਿੰਗ ਪ੍ਰੋਸੈਸ। ਪ੍ਰੋਗਰਾਮਿੰਗ ਪ੍ਰੋਸੈਸ ਕੀ ਹੈ? when a programmer writes a program, then he follows a special process that is called programming process। when a programmer writes a program, then he follows which process is called a programming process। ਜਿਵੇਂ ਪ੍ਰੋਗਰਾਮਰ ਜਦੋਂ ਪ੍ਰੋਗਰਾਮ ਲਿਖਦਾ ਹੈ ਤਾਂ ਜਿਹੜੇ ਪ੍ਰੋਸੈਸ ਨੂੰ ਫੋਲੋ ਕਰਕੇ ਜਾਂ ਜਿਹੜੀ ਵੀ ਹਰ ਇੱਕ ਲੈਂਗੁਏਜ ਦੇ ਆਪਣੇ ਰੂਲਸ ਹੁੰਦੇ ਆ ਤਾਂ ਉਹ ਲੈਂਗੁਏਜ ਦੇ ਰੂਲਸ ਨੂੰ ਫੋਲੋ ਕਰਕੇ ਜਦੋਂ ਉਹ ਪ੍ਰੋਗਰਾਮ ਲਿਖਦਾ ਹੈ ਤਾਂ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ, ਪ੍ਰੋਗਰਾਮਿੰਗ ਪ੍ਰੋਸੈਸ। ਤਾਂ ਬੇਸਿਕਲੀ ਇਹ 4 ਟਰਮਸ ਹੈ ਜਿਹੜੀਆਂ ਕਿ ਇਸ ਚੈਪਟਰ ਦੇ ਵਿੱਚ ਵਾਰ-ਵਾਰ ਯੂਜ਼ ਹੋਣੀਆਂ, ਪ੍ਰੋਗਰਾਮ, ਪ੍ਰੋਗਰਾਮਿੰਗ, ਪ੍ਰੋਗਰਾਮਰ ਐਂਡ ਪ੍ਰੋਗਰਾਮਿੰਗ ਪ੍ਰੋਸੈਸ। ਹੋਪ ਹੈ ਕਿ ਤੁਹਾਨੂੰ ਇਹ ਚਾਰੋਂ ਟਰਮਸ ਕਲੀਅਰ ਹੋ ਗਈਆਂ ਹੋਣਗੀਆਂ। ਠੀਕ ਹੈ, ਤਾਂ ਨੈਕਸਟ ਹੈ ਸਾਡਾ, ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਾਡਾ ਕੰਪਿਊਟਰ ਸਿਸਟਮ ਹੈ ਉਹ ਕੀ ਹੈ। ਤਾਂ ਕੰਪਿਊਟਰ ਸਿਸਟਮ ਕਿਹੜੇ ਪਾਰਟਸ ਤੋਂ ਮਿਲ ਕੇ ਬਣਿਆ ਹੁੰਦਾ? ਕੰਪਿਊਟਰ ਸਿਸਟਮ ਦੇ 2 ਭਾਗ ਹੁੰਦੇ, ਆਪਾਂ 6ਵੀਂ ਕਲਾਸ ਤੋਂ ਪੜ੍ਹਦੇ ਆਏ ਹਾਂ, ਇੱਕ ਹਾਰਡਵੇਅਰ ਅਤੇ ਇੱਕ ਸੌਫਟਵੇਅਰ। ਠੀਕ ਹੈ, ਤਾਂ ਹੁਣ ਉਹਨਾਂ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ 2 ਪਾਰਟਸ ਹੈ ਅਤੇ ਉਹ ਕਿਵੇਂ ਕੀ ਕੰਮ ਕਰਦੇ ਆ ਅਤੇ ਕਦੋਂ ਸਾਨੂੰ ਪ੍ਰੋਗਰਾਮਿੰਗ ਦੀ ਲੋੜ ਪਈ, ਕਿਸ ਵਜ੍ਹਾ ਨਾਲ ਅਸੀਂ ਪ੍ਰੋਗਰਾਮਿੰਗ ਕਰਨੀ ਸਟਾਰਟ ਕੀਤੀ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਪਾਰਟਸ ਆਫ ਅ ਕੰਪਿਊਟਰ। ਕੰਪਿਊਟਰ ਪਾਰਟਸ। ਹੁਣ ਤੁਹਾਨੂੰ ਪਤਾ ਹੈ ਕੰਪਿਊਟਰ ਦੇ 2 ਭਾਗ ਹੁੰਦੇ। ਠੀਕ ਹੈ, ਇੱਕ ਤਾਂ ਸੌਫਟਵੇਅਰ ਐਂਡ ਅਦਰ ਇਜ਼ ਹਾਰਡਵੇਅਰ। ਤਾਂ ਹੁਣ 6th ਕਲਾਸ ਤੋਂ ਤੁਸੀਂ ਪੜ੍ਹਦੇ ਆਏ ਹੋ ਸੌਫਟਵੇਅਰ ਕੀ ਹੈ, ਹਾਰਡਵੇਅਰ ਕੀ ਹੈ। ਸੌਫਟਵੇਅਰ ਦੈਟ ਪਾਰਟ ਆਫ ਅ ਕੰਪਿਊਟਰ ਵਿਚ ਵੀ ਕੈਨ ਨੋਟ ਟੱਚ। ਠੀਕ ਹੈ, ਕੰਪਿਊਟਰ ਦਾ ਉਹ ਭਾਗ ਜਿਹੜਾ ਕਿ ਅਸੀਂ ਨਹੀਂ ਛੂ ਸਕਦੇ, ਤਾਂ ਹਾਰਡਵੇਅਰ 'ਚ ਕੰਪਿਊਟਰ ਦੇ ਉਹ ਪਾਰਟਸ ਜਿਹੜੇ ਅਸੀਂ ਛੂ ਸਕਦੇ ਦੈਟ ਵੀ ਕੈਨ ਟੱਚ। ਠੀਕ ਹੈ, ਤਾਂ ਸੌਫਟਵੇਅਰ ਤੇ ਹਾਰਡਵੇਅਰ ਦੇ ਵਿੱਚ ਤੁਹਾਡੇ ਕੀ ਆ ਜਾਂਦੇ ਆ, ਲਾਈਕ ਕੀਬੋਰਡ,
ਜਿਹੜੀਆਂ ਵੀ ਡਿਵਾਈਸਿਸ ਤੁਹਾਡੇ ਸਿਸਟਮ ਨਾਲ ਕਨੈਕਟਡ ਨੇ ਉਹ ਸਾਰੀਆਂ ਹਾਰਡਵੇਅਰ ਹੈ, ਠੀਕ ਹੈ। ਪ੍ਰਿੰਟਰ, ਮੋਨੀਟਰ, ਤਾਂ ਇਹ ਸਾਰੇ ਹਾਰਡਵੇਅਰ ਡਿਵਾਈਸਿਸ ਐਟਸੈਟਰਾ ਹੋਰ ਵੀ। ਨਾ ਹੁਣ ਗੱਲ ਆਉਂਦੀ ਹੈ ਸੌਫਟਵੇਅਰਸ ਦੀ। ਸੌਫਟਵੇਅਰ ਨੂੰ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਇੱਥੋਂ ਹੀ ਸਾਨੂੰ ਪਤਾ ਚੱਲੇਗਾ ਕਿ ਸਾਨੂੰ ਪ੍ਰੋਗਰਾਮਿੰਗ ਦੀ ਲੋੜ ਕਿਉਂ ਪਈ, ਬਿਕੋਜ਼ ਆਫ ਸੌਫਟਵੇਅਰਸ, ਠੀਕ ਹੈ। ਇਹ ਨਹੀਂ ਕਿ ਸਾਨੂੰ ਹਾਰਡਵੇਅਰ ਕਰਕੇ ਨਹੀਂ ਲੋੜ ਪਈ, ਤਾਂ ਇੱਥੇ ਤੁਹਾਨੂੰ ਇਹ ਦੱਸਾਂਗੇ ਕਿ ਪ੍ਰੋਗਰਾਮਿੰਗ ਦਾ ਕਿਉਂ ਕੀ ਜ਼ਰੂਰਤ ਸੀ ਹਾਰਡਵੇਅਰ ਲਈ ਵੀ ਅਤੇ ਸੌਫਟਵੇਅਰ ਦੇ ਲਈ। ਤਾਂ ਸੌਫਟਵੇਅਰ ਤੁਸੀਂ ਇਹ ਵੀ ਪੜ੍ਹਦੇ ਆਏ ਹੋ ਸਾਰੇ ਬੱਚੇ ਕਿ ਸਿਸਟਮ ਸੌਫਟਵੇਅਰ ਹੁੰਦਾ ਇੱਕ, ਤੇ ਦੂਸਰਾ ਕਿਹੜਾ ਹੁੰਦਾ ਹੈ ਐਪਲੀਕੇਸ਼ਨ ਸੌਫਟਵੇਅਰ। ਇੱਕ ਹੁੰਦਾ ਸਿਸਟਮ ਸੌਫਟਵੇਅਰ ਤੇ ਦੂਜਾ ਹੁੰਦਾ ਐਪਲੀਕੇਸ਼ਨ ਸੌਫਟਵੇਅਰ। ਸਿਸਟਮ ਸੌਫਟਵੇਅਰ ਕੀ ਹੈ ਤੇ ਐਪਲੀਕੇਸ਼ਨ ਸੌਫਟਵੇਅਰ ਕੀ ਹੈ, ਇਹ ਸ਼ਾਇਦ 10th ਕਲਾਸ ਦੇ ਵਿੱਚ ਤੁਹਾਨੂੰ ਇਹ ਟੌਪਿਕ ਸੀਗਾ। ਤੇ ਸਿਸਟਮ ਸੌਫਟਵੇਅਰ ਕੀ ਹੁੰਦੇ ਹੈ? ਸਿਸਟਮ ਸੌਫਟਵੇਅਰ ਸਾਡੇ ਉਹ ਸੌਫਟਵੇਅਰ ਹੁੰਦੇ ਆ ਜਿਹੜੇ ਕਿ ਕੰਪਿਊਟਰ ਦੇ ਹਾਰਡਵੇਅਰ ਕੰਪੋਨੈਂਟਸ ਜਿਹੜੇ ਵੀ ਆਪਣੇ ਸਿਸਟਮ ਨਾਲ ਕਨੈਕਟਡ ਹੁੰਦੇ ਆ ਉਹਨਾਂ ਦੇ ਕੰਮਾਂ ਨੂੰ ਕੰਟਰੋਲ ਕਰਨ ਲਈ ਵਰਤੇ ਜਾਂਦੇ ਆ, ਠੀਕ ਹੈ। ਜੋ ਕਿ ਇਹ ਸਿਸਟਮ ਸੌਫਟਵੇਅਰ ਉਹਨਾਂ ਦਾ ਆਪਣਾ ਕੋਈ ਕੰਮ ਆਪਣੇ ਆਪ 'ਚ ਕੋਈ ਕਰਨ ਵਾਲਾ ਕੰਮ ਨਹੀਂ ਹੁੰਦਾ ਜਾਂ ਕੋਈ ਉਹ ਆਊਟਪੁੱਟ ਨਹੀਂ ਦਿੰਦੇ, ਉਹ ਸਿਰਫ ਕੰਟਰੋਲ ਕਰਨ ਦਾ ਕੰਮ ਕਰਦੇ ਨੇ। ਜੋ ਸਿਸਟਮ ਸੌਫਟਵੇਅਰ ਹੈ ਸਾਡੇ ਸਿਸਟਮ ਨਾਲ ਜਿਹੜੇ ਆ ਹਾਰਡਵੇਅਰ ਡਿਵਾਈਸਿਸ ਕਨੈਕਟਡ ਹੁੰਦੇ ਆ ਉਹਨਾਂ ਨੂੰ ਕੀ ਕਰਦੇ ਆ, ਕੰਟਰੋਲ ਕਰਦੇ ਆ। ਨੈਕਸਟ ਹੈ ਐਪਲੀਕੇਸ਼ਨ ਸੌਫਟਵੇਅਰ। ਇਹ ਜਿਹੜੇ ਸੌਫਟਵੇਅਰ ਹੁੰਦੇ ਆ ਇਹ ਸੌਫਟਵੇਅਰ ਆਪਣੇ ਸਿਸਟਮ ਦੇ ਜਿਹੜੇ ਹੈਗੇ ਕੁਝ ਸਪੈਸ਼ਲ ਕੰਮ ਕਰਵਾਉਂਦੇ ਨੇ, ਸਪੈਸ਼ਲ ਟਾਸਕ ਕਰਵਾਉਣ ਦੇ ਲਈ ਜਿਹੜੇ ਸਾਡੇ ਸੌਫਟਵੇਅਰ ਵਰਤੇ ਜਾਂਦੇ ਆ ਉਹ ਹੁੰਦੇ ਆ ਸਾਡੇ ਐਪਲੀਕੇਸ਼ਨ ਸੌਫਟਵੇਅਰ, ਠੀਕ ਹੈ। ਤਾਂ ਤੁਸੀਂ ਕਹਿ ਸਕਦੇ ਹੋ ਸਿਸਟਮ ਸੌਫਟਵੇਅਰ ਕੀ ਹੈ? ਟੂ ਕੰਟਰੋਲ ਹਾਰਡਵੇਅਰ ਡਿਵਾਈਸਿਸ ਜਾਂ ਹਾਰਡਵੇਅਰ ਕੰਪੋਨੈਂਟਸ। ਐਪਲੀਕੇਸ਼ਨ ਟੂ ਡੂ ਸਪੈਸ਼ਲ ਟਾਸਕ, ਖਾਸ ਕੰਮਾਂ ਲਈ ਵਰਤੇ ਜਾਣ ਵਾਲੇ ਸੌਫਟਵੇਅਰਸ ਨੂੰ ਅਸੀਂ ਐਪਲੀਕੇਸ਼ਨ ਸੌਫਟਵੇਅਰ ਕਹਿੰਦੇ ਹਾਂ। ਆਪਣੇ ਕੰਪਿਊਟਰ ਨਾਲ ਕਨੈਕਟਡ ਹਾਰਡਵੇਅਰ ਕੰਪੋਨੈਂਟਸ ਦੇ ਕੰਮਾਂ ਨੂੰ ਕੰਟਰੋਲ ਕਰਨ ਲਈ ਜੋ ਅਸੀਂ ਸੌਫਟਵੇਅਰਸ ਵਰਤਦੇ ਹਾਂ ਉਹ ਸਿਸਟਮ ਸੌਫਟਵੇਅਰ ਹੁੰਦੇ ਆ ਅਤੇ ਐਪਲੀਕੇਸ਼ਨ। ਤੁਸੀਂ ਇਹਨਾਂ ਨੂੰ ਐਗਜ਼ਾਮਪਲਸ ਵੀ ਪੜ੍ਹ ਕੇ ਆਏ ਹੋ। ਕੀ ਹੈ ਸਿਸਟਮ ਸੌਫਟਵੇਅਰ ਦੀ ਐਗਜ਼ਾਮਪਲਸ? ਤੁਸੀਂ ਜਿੰਨੇ ਵੀ ਸਾਡੇ ਆਪਰੇਟਿੰਗ ਸਿਸਟਮਸ ਹੈ, ਆਪਰੇਟਿੰਗ ਸਿਸਟਮਸ, ਸਾਡੇ ਆਪਰੇਟਿੰਗ ਸਿਸਟਮਸ ਲਾਈਕ ਵਿੰਡੋਜ਼ XP, ਵਿੰਡੋਜ਼ ਸਰਵਰ 8 ਜੋ ਅਸੀਂ ਆਪਣੇ ਸਕੂਲਾਂ ਦੇ ਵਿੱਚ ਵੀ ਯੂਜ਼ ਕਰਦੇ ਹਾਂ, ਹੈ ਨਾ। ਵਿੰਡੋਜ਼ 10 ਜਾਂ ਲਾਈਨੈਕਸ, ਯੂਨਿਕਸ, ਇਹ ਸਾਰੇ ਤੁਹਾਡੇ ਕੀ ਨੇ? ਸਿਸਟਮ ਸੌਫਟਵੇਅਰਸ ਹੈ। ਐਪਲੀਕੇਸ਼ਨ ਸੌਫਟਵੇਅਰ ਸਾਰੇ ਤੁਸੀਂ ਜੋ ਯੂਜ਼ ਕਰਦੇ ਹੋ MS Paint, MS Office, ਤੁਹਾਡਾ ਸਾਰਾ ਕੀ ਹੈ ਐਪਲੀਕੇਸ਼ਨ ਸੌਫਟਵੇਅਰ ਹੈ। ਜੋ ਤੁਸੀਂ ਆਪਣੇ ਸਿਸਟਮ ਦੇ ਅੰਦਰ ਯੂਜ਼ ਕਰਦੇ ਹੋ, ਜਿਸ 'ਤੇ ਤੁਸੀਂ ਆਪਣੀ ਕੋਈ ਵੀ ਫਾਈਲ, ਡਾਕੂਮੈਂਟ, ਕੋਈ ਸਪਰੈਡਸ਼ੀਟ ਜਾਂ ਕੋਈ ਪ੍ਰੈਜੈਂਟੇਸ਼ਨ ਬਣਾਉਂਦੇ ਹੋ, ਉਹ ਸਾਰੇ ਤੁਹਾਡੇ ਕੀ ਹੈ ਐਪਲੀਕੇਸ਼ਨ ਸੌਫਟਵੇਅਰ ਹੈ। ਸਿਸਟਮ ਸੌਫਟਵੇਅਰ ਕੋਈ ਕੰਮ ਨਹੀਂ ਕਰਦੇ ਜਾਂ ਇਹਨਾਂ 'ਤੇ ਅਸੀਂ ਕੋਈ ਕੰਮ ਨਹੀਂ ਕਰਵਾਉਂਦੇ, ਇਹ ਸਿਰਫ ਸਾਡੇ ਹਾਰਡਵੇਅਰ ਕੰਪੋਨੈਂਟਸ ਨੂੰ ਕੰਟਰੋਲ ਕਰਦੇ ਆ। ਇਹ ਚੀਜ਼ ਤੁਸੀਂ ਅੰਡਰਸਟੈਂਡ ਕਰ ਲਈ ਹੋਣੀ ਹੈ। ਹੁਣ ਐਪਲੀਕੇਸ਼ਨ ਸੌਫਟਵੇਅਰ ਅਤੇ ਸਿਸਟਮ ਸੌਫਟਵੇਅਰ ਲਈ ਸਾਨੂੰ ਇੱਥੇ ਪ੍ਰੋਗਰਾਮਿੰਗ ਦੀ ਕੀ ਗੱਲ ਹੈ, ਸਾਨੂੰ ਪ੍ਰੋਗਰਾਮਿੰਗ ਦੀ ਕਿਉਂ ਲੋੜ ਪਈ, ਇਹ ਤਾਂ ਸੌਫਟਵੇਅਰਸ ਬਾਰੇ ਅਸੀਂ ਪੜ੍ਹ ਲਿਆ, ਠੀਕ ਹੈ। ਹੁਣ ਬੱਚਿਓ ਸੁਣੋ, ਸਿਸਟਮ ਸੌਫਟਵੇਅਰ ਬਾਰੇ ਮੈਂ ਹੋਰ ਤੁਹਾਨੂੰ ਡਿਟੇਲ 'ਚ ਦੱਸਦੀ ਹਾਂ ਕਿ ਸਿਸਟਮ ਸੌਫਟਵੇਅਰ ਅਸੀਂ ਕਿਹਾ ਕਿ ਸਾਡੇ ਆਪਰੇਟਿੰਗ ਸਿਸਟਮਸ ਹੁੰਦੇ ਆ। ਲਾਈਕ ਜੋ ਵੀ ਅਸੀਂ ਆਪਰੇਟਿੰਗ ਸਿਸਟਮ ਆਪਣੇ ਕੰਪਿਊਟਰ ਲੈਬ ਦੇ ਵਿੱਚ ਤੁਸੀਂ ਜਾਂਦੇ ਹੋ, ਹੈ ਨਾ, ਸਿਸਟਮਸ ਨੂੰ ਔਨ ਕਰਦੇ ਹੋ। ਜਦੋਂ ਤੁਸੀਂ ਆਪਣੇ ਸਿਸਟਮ ਨੂੰ ਔਨ ਕਰਦੇ ਹੋ, ਮੰਨ ਲਓ ਮੈਂ ਤੁਹਾਨੂੰ ਕੋਈ ਕੰਮ ਦਿੰਦੀ ਹਾਂ ਕਿ ਪ੍ਰੈਜੈਂਟੇਸ਼ਨ ਮੈਨੂੰ ਬਣਾ ਕੇ ਦਿਖਾਓ ਪਾਵਰ ਪੁਆਇੰਟ 'ਚ, ਕੀ ਤੁਸੀਂ ਜਦੋਂ ਕੰਪਿਊਟਰ ਦਾ ਸਵਿਚ ਔਨ ਕਰੋਗੇ ਕਿ ਪਾਵਰ ਪੁਆਇੰਟ ਆਪਣੇ ਆਪ ਖੁੱਲ੍ਹੇਗਾ? ਨਹੀਂ। ਉਸ ਤੋਂ ਪਹਿਲਾਂ ਜਦੋਂ ਤੁਸੀਂ ਆਪਣਾ CPU ਦਾ ਸਟਾਰਟ ਬਟਨ ਔਨ ਕੀਤਾ ਤਾਂ ਕੁਝ ਬੂਟਿੰਗ ਹੁੰਦੀ ਹੈ, ਕੋਈ ਬਲੈਕ ਕਲਰ ਦੀ ਸਿਸਟਮ ਆਪਣੇ ਆਪ ਚੱਲਦਾ, ਬੂਟ ਹੁੰਦਾ ਹੈ ਨਾ। ਤਾਂ ਆਪਣੇ ਆਪ ਜਦੋਂ ਉਹ ਜੋ ਵੀ ਸਕਰੀਨਸ ਉਹਦੇ ਉੱਤੇ ਆਉਂਦੀਆਂ ਤਾਂ ਤੁਸੀਂ ਉਹ ਦੇਖਦੇ ਰਹਿੰਦੇ ਹੋ, ਵੇਟ ਐਂਡ ਵਾਚ ਕਰਦੇ ਹੋ। ਫਿਰ ਉਸ ਤੋਂ ਬਾਅਦ ਯੂਜ਼ਰ ਨੇਮ ਐਂਡ ਪਾਸਵਰਡ ਦੀ ਸਕਰੀਨ ਆਉਂਦੀ ਹੈ, ਉਹਨੂੰ ਤੁਸੀਂ ਯੂਜ਼ਰ ਨੇਮ ਅਤੇ ਪਾਸਵਰਡ ਐਂਟਰ ਕਰਨ ਤੋਂ ਬਾਅਦ ਹੀ ਤੁਹਾਡਾ ਡੈਸਕਟਾਪ ਸਕਰੀਨ ਤੁਹਾਡੀ ਖੁੱਲ੍ਹਦੀ ਹੈ, ਠੀਕ ਹੈ। ਤਾਂ ਡੈਸਕਟਾਪ ਸਕਰੀਨ ਆਉਣ ਤੋਂ ਪਹਿਲਾਂ ਜਿੰਨਾ ਵੀ ਪ੍ਰੋਸੈਸ ਹੈ ਤੁਹਾਡਾ, ਉਹ ਸਾਰਾ ਪ੍ਰੋਸੈਸ ਉਹ ਤੁਹਾਡਾ ਆਪਰੇਟਿੰਗ ਸਿਸਟਮ ਹੈ, ਉਹ ਤੁਹਾਡਾ ਸਿਸਟਮ ਸੌਫਟਵੇਅਰ ਹੈ, ਠੀਕ ਹੈ। ਤਾਂ ਤੁਸੀਂ ਹੁਣ ਇਹ ਦੱਸੋ ਕਿ ਤੁਸੀਂ ਸਿਸਟਮ ਸੌਫਟਵੇਅਰ ਦੇ ਉੱਤੇ ਕੋਈ ਕੰਮ ਕੀਤਾ ਜਾਂ ਉਹਨੇ ਤੁਹਾਡੇ ਲਈ ਕੋਈ ਕੰਮ ਕੀਤਾ? ਨਹੀਂ। ਉਹਨੇ ਕੀ ਕੀਤਾ, ਸਿਸਟਮ ਸੌਫਟਵੇਅਰ ਨੇ ਦੈਟ ਟਾਈਮ 'ਤੇ ਕੀ ਕੀਤਾ, ਜਦੋਂ ਅਸੀਂ ਉਹਦਾ ਪਾਵਰ ਸਪਲਾਈ ਬਟਨ ਔਨ ਕੀਤਾ ਤਾਂ ਸਿਸਟਮ ਸੌਫਟਵੇਅਰ ਨੇ
ਜਿੰਨੇ ਵੀ ਆਪਣੇ CPU ਦੇ ਨਾਲ ਪੈਰੀਫेरल ਡਿਵਾਈਸਿਸ ਅਟੈਚ ਸੀਗੀਆਂ ਲਾਈਕ ਕੀਬੋਰਡ ਮਾਊਸ ਪ੍ਰਿੰਟਰ ਜੋ ਵੀ ਅਟੈਚ ਸੀ ਉਹਨਾਂ ਦਾ ਸਟੇਟਸ ਹੈ ਉਹਨੂੰ ਐਕਟਿਵ ਕੀਤਾ, ਉਹਨੂੰ ਔਨ ਕੀਤਾ ਕਿ ਤੁਹਾਡੇ ਤੋਂ ਹੁਣ ਕੰਮ ਲਿਆ ਜਾਣਾ, ਤੁਸੀਂ ਐਕਟਿਵ ਸਟੇਟਸ ਦੇ ਵਿੱਚ ਆ ਜਾਓ। ਤਾਂ ਸਿਸਟਮ ਸੌਫਟਵੇਅਰ ਦਾ ਮੇਨਲੀ ਕੰਮ ਇਹ ਹੁੰਦਾ ਹੈ, ਠੀਕ ਹੈ। ਤਾਂ ਯੂਜ਼ਰ ਨੇਮ ਪਾਸਵਰਡ ਐਂਟਰ ਕਰਨ ਤੱਕ ਜੋ ਵੀ ਪ੍ਰੋਸੈਸਿੰਗ ਸਾਡੇ ਸਿਸਟਮਸ ਤੇ ਹੁੰਦੀ ਹੈ ਉਹ ਸਾਡਾ ਸਿਸਟਮ ਸੌਫਟਵੇਅਰ ਹੈ, ठीक है। उस तो बाद तुसी डेस्कटॉप स्क्रीन आई, फिर तुसी स्टार्ट बटन ते क्लिक किया, MS ऑफिस ओपन किया, उहदे विचों MS पावर पॉइंट ऑन किया, फिर तुसी अपनी प्रेजेंटेशन बनानी स्टार्ट की, तो दैट इज़ कॉल्ड एप्लीकेशन सॉफ्टवेयर। ਜਦੋਂ ਤੁਸੀਂ ਉਸ 'ਤੇ ਐਕਚੁਅਲ ਕੰਮ ਕਰਵਾਉਣਾ ਸਟਾਰਟ ਕੀਤਾ, ਆਪਣੇ ਸੌਫਟਵੇਅਰ ਨੂੰ ਯੂਜ਼ ਕੀਤਾ, ਤਾਂ ਉਹਨੂੰ ਅਸੀਂ ਕੀ ਕਵਾਂਗੇ, ਐਪਲੀਕੇਸ਼ਨ ਸੌਫਟਵੇਅਰ। ਐਪਲੀਕੇਸ਼ਨ ਸੌਫਟਵੇਅਰ ਤੁਹਾਡਾ MS ਵਰਡ, MS ਪਾਵਰ ਪੁਆਇੰਟ, MS ਐਕਸੈਸ, MS ਪੇਂਟ, MS ਐਕਸਲ, ਠੀਕ ਹੈ, ਜਾਂ ਹੋਰ ਵੀ ਤੁਸੀਂ ਕਿੰਨੇ ਸੌਫਟਵੇਅਰ ਯੂਜ਼ ਕਰਦੇ ਹੋ ਤਾਂ ਉਹ ਤੁਹਾਡਾ ਐਪਲੀਕੇਸ਼ਨ ਸੌਫਟਵੇਅਰ ਹੈ। ਹੁਣ ਤੁਸੀਂ ਇਹ ਤੁਹਾਡੇ ਲੈਵਲ ਦੇ ਸੌਫਟਵੇਅਰ ਸੀ ਐਪਲੀਕੇਸ਼ਨ ਸੌਫਟਵੇਅਰ ਜਾਂ ਸਿਸਟਮ ਸੌਫਟਵੇਅਰ, ਤੁਹਾਡੇ ਨਾਲ ਰਿਲੇਟਡ ਮੈਂ ਐਗਜ਼ਾਮਪਲਸ ਲੈ ਕੇ ਤੁਹਾਨੂੰ ਸਮਝਾਇਆ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਐਪਲੀਕੇਸ਼ਨ ਸੌਫਟਵੇਅਰਸ ਜਿਹੜੇ ਹੈਗੇ ਆ ਉਹ ਇੰਟਰਾ ਆਰਗੇਨਾਈਜੇਸ਼ਨਸ ਵੀ ਯੂਜ਼ ਹੁੰਦੇ ਆ। ਕਿਸੇ ਸੰਸਥਾ ਦਾ ਕੋਈ ਆਪਣੀ ਸੌਫਟਵੇਅਰ ਬਣਾ ਲਏ ਜਾਂਦੇ ਆ, ਉਹਨੂੰ ਅਸੀਂ ਐਪਲੀਕੇਸ਼ਨ ਸੌਫਟਵੇਅਰ ਕਹਿੰਦੇ ਆ। ਜਿਵੇਂ ਬੈਂਕਿੰਗ ਏਰੀਆ ਲਗਾ ਲਓ, ਠੀਕ ਹੈ। ਬੈਂਕਿੰਗ ਏਰੀਆ ਦੇ ਵਿੱਚ ਕੀ ਹੈ, ਬੈਂਕਸ ਨੇ ਇੱਕ ਆਪਣਾ ਸੌਫਟਵੇਅਰ ਤਿਆਰ ਕੀਤਾ ਹੁੰਦਾ, ਤਾਂ ਉਹ ਸੌਫਟਵੇਅਰ ਜੋ ਬੈਂਕਸ ਨੇ ਤਿਆਰ ਕੀਤਾ ਗਿਆ ਹੁੰਦਾ ਉਹਨੂੰ ਅਸੀਂ ਇਹ ਇੰਟਰਾ ਆਰਗੇਨਾਈਜੇਸ਼ਨ ਸੌਫਟਵੇਅਰ ਕਹਿੰਦੇ ਹਾਂ। ਹੌਸਪੀਟਲਸ ਚਲੇ ਜਾਓ, ਉਹਨਾਂ ਦਾ ਆਪਣਾ ਸਾਰਾ ਸਿਸਟਮ, ਪੇਸ਼ੈਂਟਸ ਦੀ ਇਹ ਸਮਰੀ ਰਿਕਾਰਡ ਜੋ ਵੀ ਹੈ, ਠੀਕ ਹੈ, ਉਹ ਸਾਰਾ ਸਮਰੀ ਰਿਕਾਰਡ ਕਰਨ ਲਈ ਜੋ ਸੌਫਟਵੇਅਰ ਬਣਾਇਆ ਹੁੰਦਾ ਆਨਲਾਈਨ, ਉਹ ਹੌਸਪੀਟਲਸ ਦਾ ਅਲੱਗ ਹੈ। ਤਾਂ ਉਹ ਐਪਲੀਕੇਸ਼ਨ ਸੌਫਟਵੇਅਰ ਹੈ ਜੋ ਵਿਦਿਨ ਆਰਗੇਨਾਈਜੇਸ਼ਨਸ ਕੰਮ ਕਰਦੇ ਆ, ਤਾਂ ਉਹਨਾਂ ਨੂੰ ਅਸੀਂ ਕੀ ਕਵਾਂਗੇ, ਐਪਲੀਕੇਸ਼ਨ ਸੌਫਟਵੇਅਰਸ। ਵਿਦਿਆਰਥੀਆਂ ਦਾ ਰਿਕਾਰਡ ਰੱਖਣ ਲਈ ਯੂਜ਼ ਕੀਤਾ ਜਾਂਦਾ ਉਹਨੂੰ ਅਸੀਂ ਸਟੂਡੈਂਟ ਮੈਨੇਜਮੈਂਟ ਸਿਸਟਮ ਕਹਿੰਦੇ ਹਾਂ, ਠੀਕ ਹੈ। ਜੋ ਲਾਇਬ੍ਰੇਰੀਜ਼ ਦੇ ਵਿੱਚ ਯੂਜ਼ ਹੁੰਦਾ ਹੈ ਉਹ ਸਾਡਾ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਹੁੰਦਾ ਹੈ। ਇਸੇ ਤਰ੍ਹਾਂ ਹੀ ਜੋ ਇਨਵੈਂਟਰੀ ਕੰਟਰੋਲ ਸਿਸਟਮ ਹੁੰਦਾ ਹੈ, ਤਾਂ ਵਰਡ ਪ੍ਰੋਸੈਸਰ ਜਾਂ ਸਪਰੈਡਸ਼ੀਟ, ਇਹ ਸਾਰੇ ਸਾਡੇ ਕੀ ਹੈ, ਐਪਲੀਕੇਸ਼ਨ ਸੌਫਟਵੇਅਰਸ ਹੈ, ਠੀਕ ਹੈ। ਤਾਂ ਹੁਣ ਐਪਲੀਕੇਸ਼ਨ ਸਿਸਟਮ ਸੌਫਟਵੇਅਰਸ ਦੇ ਹਾਂ, ਹੁਣ ਗੱਲ ਆਉਂਦੀ ਹੈ ਕਿ ਪ੍ਰੋਗਰਾਮਿੰਗ ਦੀ, ਜੋ ਅਸੀਂ ਪੁਆਇੰਟ ਛੱਡ ਕੇ ਆਏ ਹਾਂ। ਤਾਂ ਇੱਥੇ ਪ੍ਰੋਗਰਾਮਿੰਗ ਦਾ ਕੀ ਮਤਲਬ ਹੈ, ਦੇਖੋ ਅਸੀਂ ਇਹ ਤਾਂ ਕਹਿਤਾ ਕਿ ਉਹ ਸਾਡਾ ਆਪਰੇਟਿੰਗ ਸਿਸਟਮ ਹੈ ਜੀ, ਉਹ ਸਾਰਾ ਪ੍ਰੋਸੈਸ ਐਪਲੀਕੇਸ਼ਨ ਸੌਫਟਵੇਅਰ ਤੱਕ ਪਹੁੰਚਣ ਤੋਂ ਪਹਿਲਾਂ ਜਿੰਨਾ ਵੀ ਪ੍ਰੋਸੈਸ ਹੁੰਦਾ ਉਹ ਸਾਡਾ ਸਿਸਟਮ ਸੌਫਟਵੇਅਰ ਹੈ ਜੀ, ਪਰ ਉਹ ਵੀ ਤਾਂ ਕਿਸੇ ਨੇ ਬਣਾਇਆ ਹੈ। ਤਾਂ ਸਿਸਟਮ ਸੌਫਟਵੇਅਰ ਨੂੰ, ਜੋ ਵੀ ਸਾਡਾ ਆਪਰੇਟਿੰਗ ਸਿਸਟਮ ਹੈ, ਉਹਨੂੰ ਬਣਾਉਣ ਦੇ ਲਈ ਜਾਂ ਆਪਣੇ ਕੰਪਿਊਟਰ ਸਿਸਟਮਸ ਦੇ ਭਾਗਾਂ ਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਕੀ ਚਾਹੀਦੀ ਸੀ, ਇੱਕ ਕੋਡਿੰਗ ਚਾਹੀਦੀ ਸੀ, ਠੀਕ ਹੈ। ਤਾਂ ਉਹ ਸਾਰਾ ਸਿਸਟਮ ਬਣਾਉਣ ਦੇ ਲਈ ਸਾਨੂੰ ਕੀ ਕਰਨਾ ਪਿਆ, ਪ੍ਰੋਗਰਾਮਿੰਗ ਕਰਨੀ ਪਈ, ਪ੍ਰੋਗਰਾਮ ਲਿਖਣਾ ਪਿਆ, ਸੈੱਟ ਆਫ ਇੰਸਟਰਕਸ਼ਨਸ ਲਗਾਉਣੀਆਂ ਪਈਆਂ ਕਿ ਜਦੋਂ ਸਿਸਟਮ ਔਨ ਹੋਵੇ ਤਾਂ ਇਹ ਵਾਲੀ ਜੋ ਹੈਗਾ ਸਾਰੇ ਮਤਲਬ ਪੈਰੀਫेरल ਡਿਵਾਈਸਿਸ ਐਕਟੀਵੇਟ ਹੋ ਜਾਣ। ਤਾਂ ਉਹ ਜਿਹੜੀਆਂ ਵੀ ਸੈੱਟ ਆਫ ਇੰਸਟਰਕਸ਼ਨਸ ਜਾਂ ਜੋ ਵੀ ਅਸੀਂ ਸਿਸਟਮ ਲਈ ਬਣਾਇਆ, ਠੀਕ ਹੈ, ਇਹ ਸਾਰਾ ਸੌਫਟਵੇਅਰ ਬਣਾਇਆ, ਤਾਂ ਉਹਨੂੰ ਬਣਾਉਣ ਦੇ ਲਈ ਜੋ ਅਸੀਂ ਕੋਡਿੰਗ ਕੀਤੀ ਜਾਂ ਸੈੱਟ ਆਫ ਇੰਸਟਰਕਸ਼ਨਸ ਲਗਾਏ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ, ਪ੍ਰੋਗਰਾਮਿੰਗ। ਸੌਫਟਵੇਅਰ ਬਣਾਉਣ ਲਈ ਸਾਨੂੰ ਪ੍ਰੋਗਰਾਮਿੰਗ ਕਰਨੀ ਪਈ, ਤੇ ਐਪਲੀਕੇਸ਼ਨ ਸੌਫਟਵੇਅਰ ਬਣਾਉਣ ਲਈ ਵੀ ਸਾਨੂੰ ਪ੍ਰੋਗਰਾਮਿੰਗ ਕਰਨੀ ਪਊਗੀ। ਉਹ ਸੌਫਟਵੇਅਰਸ ਬਣਾਉਣ ਦੇ ਲਈ ਸਾਨੂੰ ਕੁਝ ਲੈਂਗੁਏਜਸ ਚਾਹੀਦੀਆਂ ਸੀਗੀਆਂ। ਤਾਂ ਪ੍ਰੋਗਰਾਮਿੰਗ ਲੈਂਗੁਏਜਸ ਬਹੁਤ ਤਰ੍ਹਾਂ ਦੀਆਂ ਹੁੰਦੀਆਂ, ਠੀਕ ਹੈ। ਕੁਝ ਲੈਂਗੁਏਜਸ ਸਿਸਟਮ ਸੌਫਟਵੇਅਰ ਲਈ ਯੂਜ਼ ਹੁੰਦੀਆਂ, ਕੁਝ ਲੈਂਗੁਏਜਸ ਐਪਲੀਕੇਸ਼ਨ ਸੌਫਟਵੇਅਰ ਲਈ ਯੂਜ਼ ਹੁੰਦੀਆਂ। ਤਾਂ ਇੱਥੇ ਸਾਨੂੰ ਪਤਾ ਲੱਗ ਗਿਆ ਕਿ ਇਸ ਚੈਪਟਰ ਦਾ ਕੀ ਮਤਲਬ ਹੈ। ਇਸ ਚੈਪਟਰ 'ਚ ਕੀ ਹੈ ਕਿ ਪ੍ਰੋਗਰਾਮਿੰਗ ਅਸੀਂ ਪੜ੍ਹਨੀ ਹੈ, ਪ੍ਰੋਗਰਾਮਿੰਗ ਦੀ ਨੀਡ ਕਿਉਂ ਸੀ। ਸਾਡਾ ਸਾਰਾ ਕੰਮ ਐਪਲੀਕੇਸ਼ਨ ਸੌਫਟਵੇਅਰ ਤੇ ਸਿਸਟਮ ਸੌਫਟਵੇਅਰ ਤੇ ਆਧਾਰਿਤ ਹੈ। ਜੇ ਅਸੀਂ ਕੰਪਿਊਟਰ ਸਿਸਟਮ ਨਾਲ ਕੰਮ ਕਰਦੇ ਹਾਂ ਤਾਂ ਇਹਨਾਂ ਸੌਫਟਵੇਅਰਸ ਨੂੰ ਬਣਾਉਣ ਦੇ ਲਈ ਸਾਨੂੰ ਕੀ ਚਾਹੀਦੀ ਸੀ, ਪ੍ਰੋਗਰਾਮਿੰਗ ਚਾਹੀਦੀ ਸੀ। ਪ੍ਰੋਗਰਾਮਿੰਗ ਕਰਨ ਦੇ ਲਈ ਸਾਡੇ ਕੋਲ ਅਲੱਗ-ਅਲੱਗ ਭਾਸ਼ਾਵਾਂ ਨੇ, ਅਲੱਗ-ਅਲੱਗ ਲੈਂਗੁਏਜਸ ਨੇ। ਤਾਂ ਉਹਦੇ ਵਿੱਚੋਂ ਕੁਝ ਲੈਂਗੁਏਜਸ ਸਿਸਟਮ ਸੌਫਟਵੇਅਰ ਬਣਾਉਣ ਲਈ ਯੂਜ਼ ਹੁੰਦੀਆਂ ਤੇ ਕੁਝ ਲੈਂਗੁਏਜਸ ਐਪਲੀਕੇਸ਼ਨ ਬਣਾਉਣ ਦੇ ਲਈ ਯੂਜ਼ ਹੁੰਦੀਆਂ। ਤਾਂ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਕਿਹੜੀਆਂ-ਕਿਹੜੀਆਂ ਲੈਂਗੁਏਜਸ ਸਿਸਟਮ ਸੌਫਟਵੇਅਰ ਲਈ ਯੂਜ਼ ਹੁੰਦੀਆਂ ਤੇ ਕਿਹੜੀਆਂ-ਕਿਹੜੀਆਂ ਲੈਂਗੁਏਜ ਐਪਲੀਕੇਸ਼ਨ ਸੌਫਟਵੇਅਰ ਲਈ ਯੂਜ਼ ਹੁੰਦੀਆਂ। ਦੇਖੋ, ਸਿਸਟਮ ਸੌਫਟਵੇਅਰ ਲਈ ਸਾਡੇ ਕੋਲ ਯੂਜ਼ ਹੁੰਦੀਆਂ ਮਸ਼ੀਨ ਲੈਂਗੁਏਜਸ। ਮਸ਼ੀਨ ਲੈਂਗੁਏਜ ਯੂਜ਼ ਹੁੰਦੀ ਹੈ ਜਿਹਨੂੰ ਤੁਸੀਂ ਬਾਈਨਰੀ ਭਾਸ਼ਾ ਵੀ ਕਹਿੰਦੇ ਹੋ, ਅਸੈਂਬਲੀ ਲੈਂਗੁਏਜ, ਠੀਕ ਹੈ। ਤੇ ਹੋਰ ਤੁਹਾਡੀ ਸੀ ਭਾਸ਼ਾ, ਸੀ ਲੈਂਗੁਏਜ। ਇਹ ਜਿਹੜੀਆਂ ਲੈਂਗੁਏਜਸ ਹੈ ਉਹ ਸਾਡੇ ਸਿਸਟਮ ਸੌਫਟਵੇਅਰ ਬਣਾਉਣ ਲਈ ਯੂਜ਼ ਹੁੰਦੀਆਂ। ਹੁਣ ਐਪਲੀਕੇਸ਼ਨ ਸੌਫਟਵੇਅਰ ਲਈ ਜੋ ਸਾਡੇ ਕੋਲ ਯੂਜ਼ ਹੁੰਦਾ ਉਹ ਹੁੰਦਾ ਹੈ ਕੋਬੋਲ। ਇਹ ਲੈਂਗੁਏਜਸ ਤੁਹਾਡੀਆਂ ਫੋਰਟਰਨ ਇਜ਼ ਅ ਫਾਰਮੂਲਾ ਟਰਾਂਸਲੇਸ਼ਨ, C++, ਪਾਸਕਲ,
ਜਾਵਾ ਤਾਂ ਇਹ ਲੈਂਗੁਏजेस ਸਾਡੀਆਂ ਹੈਗੀਆਂ ਐਕਸਟ੍ਰੈਕਟਾ ਹੋਰ ਵੀ ਹੈ ਤਾਂ ਇਹ ਐਪਲੀਕੇਸ਼ਨ ਸੌਫਟਵੇਅਰ ਲਈ ਇਹ ਲੈਂਗੁਏजेस ਯੂਜ਼ ਹੁੰਦੀਆਂ ਤੇ ਸਿਸਟਮ ਸੌਫਟਵੇਅਰ ਲਈ ਇਹ ਵਾਲੀਆਂ ਲੈਂਗੁਏजेस ਯੂਜ਼ ਹੁੰਦੀਆਂ। ਤਾਂ ਹੁਣ ਬੇਟਾ ਆਪਾਂ ਹੁਣ ਤੱਕ ਜੋ ਪੜ੍ਹ ਚੁੱਕੇ ਹਾਂ ਉਹ ਪ੍ਰੋਗਰਾਮ ਕੀ ਹੁੰਦਾ, ਪ੍ਰੋਗਰਾਮਿੰਗ ਕੀ ਹੁੰਦੀ ਹੈ, ਪ੍ਰੋਗਰਾਮਿੰਗ ਪ੍ਰੋਸੈਸ ਕੀ ਹੁੰਦਾ ਹੈ, ਠੀਕ ਹੈ, ਤੇ ਆਪਣਾ ਪ੍ਰੋਗਰਾਮਰ ਕੀ ਹੈ ਜਾਂ ਸੌਫਟਵੇਅਰ ਕੀ ਹੈ, ਸਿਸਟਮ ਸੌਫਟਵੇਅਰ ਕੀ ਹੈ, ਐਪਲੀਕੇਸ਼ਨ ਸੌਫਟਵੇਅਰ ਕੀ ਹੈ, ਇਹਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਪੜ੍ਹ ਕੇ ਆਏ ਹਾਂ। ਤਾਂ ਹੁਣ ਮੈਂ ਤੁਹਾਨੂੰ ਅਗਲੇ ਜੋ ਹੈ ਆਪਣਾ ਟੌਪਿਕ, ਉਸ ਟੌਪਿਕ ਨੂੰ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਡਾਇਗਰਾਮ ਦਿਖਾ ਰਹੀ ਹਾਂ। ਉਸ ਡਾਇਗਰਾਮ ਨੂੰ ਸਮਝੋ ਜਿਹਦੇ ਵਿੱਚ ਅਸੀਂ ਇੱਕ ਪ੍ਰੋਗਰਾਮਿੰਗ ਜੋ ਮੈਂ ਤੁਹਾਨੂੰ ਅੱਗੇ ਡਾਇਗਰਾਮ ਦਿਖਾਉਣ ਜਾ ਰਹੀ ਹਾਂ ਉਹਦੇ ਵਿੱਚ ਕੀ ਹੈ ਕਿ ਅਸੀਂ ਇੱਕ ਪ੍ਰੋਗਰਾਮਿੰਗ ਤੇ ਪ੍ਰੋਗਰਾਮਰ ਤੇ ਸੌਫਟਵੇਅਰ ਦੇ ਵਿੱਚ ਇੰਟਰੈਕਸ਼ਨ ਨੂੰ ਦਿਖਾਇਆ ਹੋਇਆ ਹੈ। ਤੁਹਾਨੂੰ ਡਿਟੇਲ ਦੇ ਵਿੱਚ ਸਮਝ ਆ ਜਾਏਗਾ ਕਿ ਇਹ ਸਾਰੇ ਆਪਸ ਦੇ ਵਿੱਚ ਕਿਵੇਂ ਕੰਮ ਕਰਦੇ ਆ। ਆਓ ਦੇਖੀਏ ਇੱਕ ਡਾਇਗਰਾਮ ਰਾਹੀਂ। प्रोग्रामर की है कौन है? वो पर्सन दैट राइट्स अ प्रोग्राम, अ यूज़र दैट राइट्स अ प्रोग्राम। जो भी यूज़र ਜਾਂ ਪਰਸਨ ਇੱਕ ਪ੍ਰੋਗਰਾਮ ਨੂੰ ਲਿਖਦਾ ਹੈ ਤਾਂ ਉਹਨੂੰ ਅਸੀਂ ਕੀ ਕਹਿੰਦੇ ਆ, ਪ੍ਰੋਗਰਾਮਰ। ਨਾਓ ਪ੍ਰੋਗਰਾਮਿੰਗ, ਜਿਹੜੇ ਪ੍ਰੋਸੈਸ ਨੂੰ ਫੋਲੋ ਕਰਕੇ ਉਹ ਪ੍ਰੋਗਰਾਮ ਲਿਖ ਰਿਹਾ ਹੈ ਉਹਨੂੰ ਅਸੀਂ ਕੀ ਕਹਿੰਦੇ ਆ, ਪ੍ਰੋਗਰਾਮਿੰਗ। ਨਾਓ ਪ੍ਰੋਗਰਾਮ ਕੀ ਹੈ? ਸੈਟ ਆਫ ਇੰਸਟਰਕਸ਼ਨ ਇਜ਼ ਕਾਲਡ ਅ ਪ੍ਰੋਗਰਾਮ। ਪ੍ਰੋਗਰਾਮਰ ਨੇ ਕੰਪਿਊਟਰ ਨੂੰ ਜੋ ਵੀ ਹਦਾਇਤਾਂ ਲਿਖਵਾਈਆਂ ਉਸ ਲੈਂਗੁਏਜ ਦੇ ਰੂਲਸ ਨੂੰ ਫੋਲੋ ਕਰਕੇ, ਜੋ ਲੈਂਗੁਏਜ ਦੇ ਸਿੰਟੈਕਸ ਸੀਗੇ ਉਹਨਾਂ ਨੂੰ ਫੋਲੋ ਕਰਕੇ ਜੋ ਵੀ ਅਸੀਂ ਇੰਸਟਰਕਸ਼ਨਸ ਲਿਖਾਈਆਂ, ਦੈਟ ਸੈਟ ਆਫ ਇੰਸਟਰਕਸ਼ਨ ਇਜ਼ ਕਾਲਡ ਅ ਪ੍ਰੋਗਰਾਮ, ਰਾਈਟ। ਨਾਓ ਪ੍ਰੋਗਰਾਮਰ ਕੋਈ ਇੱਕ ਪ੍ਰੋਗਰਾਮ ਤਾਂ ਨਹੀਂ ਲਿਖਾ ਰਿਹਾ, ਹੋ ਸਕਦਾ ਉਹਨੇ 2 ਜਾਂ 3 ਪ੍ਰੋਗਰਾਮ ਲਿਖਵਾਏ ਹੋਣ, ਤਾਂ ਉਹ 2 ਸੈਟ ਆਫ 2 ਔਰ ਮੋਰ ਪ੍ਰੋਗਰਾਮਸ ਇਜ਼ ਕਾਲਡ ਅ ਸੌਫਟਵੇਅਰ। 2 ਜਾਂ 2 ਤੋਂ ਜ਼ਿਆਦਾ ਪ੍ਰੋਗਰਾਮਸ ਦੇ ਸੈਟ ਨੂੰ ਅਸੀਂ ਕੀ ਕਹਿੰਦੇ ਆ, ਸੌਫਟਵੇਅਰ। ਤਾਂ ਐਗਜ਼ੀਕਿਊਸ਼ਨ ਕੀ ਹੈ? ਜਦੋਂ ਸਾਡਾ ਸੌਫਟਵੇਅਰ ਬਿਲਡ ਹੋ ਜਾਂਦਾ ਹੈ ਤੇ ਉਹ ਐਗਜ਼ੀਕਿਊਟ ਹੁੰਦਾ, ਲੋਕ ਉਹਨੂੰ ਯੂਜ਼ ਕਰਨ ਲੱਗ ਜਾਂਦੇ ਆ, ਤਾਂ ਉਹ ਅਸੀਂ ਆਪਣੇ ਸਿਸਟਮਸ ਤੇ ਉਸ ਨੂੰ ਚਲਾਉਂਦੇ ਆ। ਤਾਂ ਇਹ ਡਾਇਗਰਾਮ ਤੁਹਾਨੂੰ ਪ੍ਰੋਗਰਾਮਰ, ਪ੍ਰੋਗਰਾਮਿੰਗ ਐਂਡ ਸੌਫਟਵੇਅਰ ਦੇ ਵਿਚਾਲੇ ਕੀ ਹੈ, ਇੰਟਰੈਕਸ਼ਨ ਸ਼ੋ ਕਰ ਰਹੀ ਹੈ। ਹੋਪ ਹੈ ਕਿ ਤੁਹਾਨੂੰ ਇੱਥੋਂ ਸਾਰੀਆਂ ਟਰਮਸ ਕਲੀਅਰ ਹੋ ਗਈਆਂ ਹੋਣੀਆਂ। ਅਸੀਂ ਇਹ ਪੜ੍ਹ ਕੇ ਆਏ ਹਾਂ ਕਿ ਪ੍ਰੋਗਰਾਮਿੰਗ ਲੈਂਗੁਏजेस ਦੀ ਸਾਨੂੰ ਲੋੜ ਹੈ। ਹੁਣ ਅਸੀਂ ਦੇਖਦੇ ਹਾਂ ਕਿ ਕੀ ਹੁੰਦੀਆਂ ਪ੍ਰੋਗਰਾਮਿੰਗ ਲੈਂਗੁਏजेस ਤੇ ਕਿਹੜੀਆਂ ਹੁੰਦੀਆਂ ਤੇ ਕਿਹਦੀ ਕਿੱਥੇ ਕਦੋਂ ਲੋੜ ਹੈ, ਠੀਕ ਹੈ। ਤਾਂ ਪ੍ਰੋਗਰਾਮਿੰਗ ਲੈਂਗੁਏजेस ਅਸੀਂ ਦੇਖੀਏ, ਇਹ 2 ਟਾਈਪਸ ਦੀਆਂ ਹੁੰਦੀਆਂ ਹੈ ਬੇਟਾ, ਲੋ ਲੈਵਲ languages and other is high level language। ਦੂਜੀਆਂ ਹੁੰਦੀਆਂ ਸਾਡੀਆਂ ਹਾਈ ਲੈਵਲ ਲੈਂਗੁਏजेस, ਠੀਕ ਹੈ। ਤਾਂ ਤੁਸੀਂ ਇੱਥੇ ਇੱਕ ਚੀਜ਼ ਯਾਦ ਰੱਖਣੀ ਹੈ ਕਿ ਜੋ ਸਾਡੀਆਂ ਲੋ ਲੈਵਲ ਲੈਂਗੁਏजेस ਹੁੰਦੀਆਂ ਉਹ ਸਿਸਟਮ ਸੌਫਟਵੇਅਰ ਬਣਾਉਣ ਲਈ ਯੂਜ਼ ਹੁੰਦੀਆਂ ਤੇ ਜਿਹੜੀਆਂ ਸਾਡੀਆਂ ਹਾਈ ਲੈਵਲ ਲੈਂਗੁਏजेस ਹੁੰਦੀਆਂ ਉਹ ਸਾਡੀਆਂ ਐਪਲੀਕੇਸ਼ਨ ਸੌਫਟਵੇਅਰਸ ਬਣਾਉਣ ਲਈ ਯੂਜ਼ ਹੁੰਦੀਆਂ, ਠੀਕ ਹੈ। ਨੈਕਸਟ ਦੇਖੋ, ਇਹਦੀਆਂ ਕਿ 2 ਹੋਰ ਟਾਈਪਸ ਨੇ, that is machine language and other is assembly language। clear? Programming language 2 types, low level language, high level language, ठीक है। Next, ਇਹਦੀਆਂ 2 types ਹੈ, machine language, assembly language। This portion is used for system software, to develop system software, and this portion is used to develop application software। So first of all we will discuss low level languages। low level languages ਸਾਡੀ first generation, second generation language ਹੈ। high level language ਸਾਡੀ third generation language ਹੈ, ਠੀਕ ਹੈ। ਤਾਂ first generation 'ਚ ਅਸੀਂ ਸਭ ਤੋਂ ਪਹਿਲਾਂ machine language discuss ਕਰਦੇ ਹਾਂ। हाँ जी, नंबर 1 इज मशीन लैंग्वेज या मशीनी भाषा। ठीक है, देखो मशीन लैंग्वेज की है बेटा, आप स्टार्टिंग तो जो कंप्यूटर सिस्टम की गल करते हैं तो आप यही
ਸਭ ਤੋਂ ਪਹਿਲੀ ਚੀਜ਼ ਇਹੀ ਪੜ੍ਹਦੇ ਹਾਂ ਕਿ ਜੋ ਸਾਡਾ ਕੰਪਿਊਟਰ ਸਿਸਟਮ ਹੈ ਉਹ ਕਿਹੜੀ ਲੈਂਗੁਏਜ ਅੰਡਰਸਟੈਂਡ ਕਰਦਾ ਹੈ, ਬਾਈਨਰੀ ਲੈਂਗੁਏਜ ਅੰਡਰਸਟੈਂਡ ਕਰਦਾ ਹੈ। ਇਹਦਾ ਮਤਲਬ ਇਹ ਹੈ ਕਿ ਉਹ ਸਿਰਫ ਕਿਹੜੇ ਅੰਕਾਂ ਨੂੰ ਸਮਝਦਾ, 2 ਡਿਜਿਟਸ ਨੂੰ ਹੀ ਐਕਸੈਪਟ ਕਰਦਾ, 0 ਤੇ 1। ਠੀਕ ਹੈ, ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀ ਪ੍ਰੋਗਰਾਮਿੰਗ ਭਾਸ਼ਾ ਆਈ ਸੀ ਤਾਂ ਉਹ ਕਿਹੜੀ ਆਈ ਸੀ, ਮਸ਼ੀਨ ਲੈਂਗੁਏਜ। ਤਾਂ ਇਸ ਕਰਕੇ ਇਹਨੂੰ ਫਸਟ ਜਨਰੇਸ਼ਨ ਲੈਂਗੁਏਜ ਕਹਿੰਦੇ ਆ, ਫਸਟ ਜਨਰੇਸ਼ਨ ਲੈਂਗੁਏਜ, फर्स्ट जनरेशन लैंग्वेज और बाइनरी लैंग्वेज। ठीक है, की पॉइंट्स मैं इतने लिख रही हूँ नाल नाल जिहड़े कि तुहानूं याद रखने पैणगे। इस दे विच जो है 0 ते 1 2 डिजिट्स ही ये लैंग्वेज लैंदा सी। जे सानूं कोडिंग करनी है, असीं अपना कोई प्रोग्राम लिखवाना है जां सॉफ्टवेयर बनवाना है तो सानूं सारी कोडिंग इन्हां 2 सिंबल्स नूं यूज़ करके करनी पऊगी, जां तां जीरोस नूं या फिर 1s नूं। ठीक है, नंबर 3rd पॉइंट इहदा जो है वो ये है कि इहदे विच सॉरी 4th पॉइंट ये है कि डायरैक्ट कम्युनिकेशन होंदा है, डायरैक्ट कम्युनिकेशन विद सिस्टम हार्डवेयर कंपोनेंट्स नाल ये डायरैक्ट कनैक्ट होंदे है ये वाली लैंग्वेज। ठीक है, जे हार्डवेयर कंपोनेंट्स नाल ये डायरैक्ट कनैक्टेड होंदी है ये लैंग्वेज, तो इहदे विच की है कोई सानूं ट्रांसलेटर नहीं चाहिदा हुंदा, लैंग्वेज ट्रांसलेटर, नो लैंग्वेज ट्रांसलेटर, कोई भी भाषा ट्रांसलेटर नहीं चाहिए होंगे। हुण आ की है भाषा ट्रांसलेटर। वैसे इस लैक्चर के पार्ट नंबर 2 जो अगे आप डिस्कस करांगे वो सारा साडा यही मेन टॉपिक है, लैंग्वेज ट्रांसलेटर, भाषा ट्रांसलेटर्स की होंगे वो आप अगे वैसे पढ़ांगे, पर मैं तुहानूं थोड़ा ये बारे दस देनी हाँ। देखो, क्योंकि ये विच की है मशीनी लैंग्वेज है, कंप्यूटर किहड़ी लैंग्वेज अंडरस्टैंड करता है, मशीन लैंग्वेज। आपां तां नहीं मशीन लैंग्वेज अंडरस्टैंड करते ना, पर जे सानूं कंप्यूटर ते काम करवाना है तो सानूं कंप्यूटर की लैंग्वेज नूं समझना पएगा। ठीक है, तो उस लैंग्वेज नूं समझण दे लई, ठीक है, तो सानूं कोई ना कोई मतलब मैथड अपनाना पऊगा, या तो सानूं उसकी लैंग्वेज नूं लर्न करना पऊगा, या फिर सानूं कोई ट्रांसलेटर चाहिदा होगा जो साडी लैंग्वेज नूं उहदी लैंग्वेज दे विच कन्वर्ट कर दे। जे तो कोई ट्रांसलेटर चाहिदा होवे कन्वर्जन दे लई तो साडे हुंदे लैंग्वेज ट्रांसलेटर। पर असीं मशीन लैंग्वेज की गल कर रहे हैं तो ये फर्स्ट जनरेशन लैंग्वेज असीं पहले ही डिस्कस करते हैं कि इहदे विच 2 सिंबल्स ही यूज़ करना सी, यूजर ते कंप्यूटर, 0 ते 1। ठीक है, इसका डायरैक्ट कम्युनिकेशन हार्डवेयर नाल है। इसका मतलब ये है कि जो भी असीं काम करवा रहे हैं वो उस लैंग्वेज ही करावांगे जिहड़ी लैंग्वेज कंप्यूटर अंडरस्टैंड करता है, दैट इज बाइनरी लैंग्वेज असीं काम करावांगे तो बाइनरी लैंग्वेज ही कंप्यूटर अंडरस्टैंड करता है। इस करके इहदे विच किसी भी लैंग्वेज ट्रांसलेटर की की है जरूरत नहीं है। ठीक है, इस जो साडियां इंस्ट्रक्शनस होंदियां, ठीक है, वो इंस्ट्रक्शनस इस फॉर्म च होंदियां। इत्थे हुंदा साडा ऑपकोड ते इधर हुंदा साडा ऑपरेशन। ठीक है, ऑपरेशन या फिर ऑपरेंड कह सकते हैं। ऑपकोड, ऑपरेंड। ऑपकोड मींस ऑपरेशन कोड, ऑपरेंड मींस एड्रेस ऑफ अ वैल्यू, मेमोरी एड्रेस ऑफ अ डाटा और वैल्यू। ठीक है, बेटा देखो इंस्ट्रक्शन की होंदी है, बस आही भी इन्हां दा जोड़ कर दो, इन्हां दा घटाओ कर दो, आ कर दो, वो कर दो। ठीक है, तो हुण कोड की है, ऑपरेशन कोड। इसका मतलब ये है इत्थे असीं जिहड़ी इंस्ट्रक्शनस देनी है, असीं अपना काम दसना है कि असीं काम करना की है। लाइक जे असीं प्लस लिखवाना भी सानूं बाइनरी लैंग्वेज ही लिखवाना पऊगा कि असीं प्लस किवें लिखवाना है। ठीक है, ऑपरेंड किहदे ते काम करवाना है, प्लस करवाना है, किहड़ी वैल्यू ते करवाना है, तो इत्थे असीं अपना काम दसांगे कि एक्शन की लैना है, तो ऑपरेंड मतलब किहदे उत्ते एक्शन लैना है। तो मशीन इंस्ट्रक्शनस के ये 2 साडे पार्ट्स होंदे हैं कि ऑपकोड एंड ऑपरेंड। ठीक है बेटा, तो ये की है जो ऑपरेशन कोड होंदा है, कोई कमांड होंदी है जो कंप्यूटर में ये दसदी है कि किहड़ा काम किया जाना है। तो ऑपरेंड भी ऑपरेंड की है, दूजा भाग ऑपरेंड होंदा है जो मैमरी के एड्रैस नूं दर्शाउंदा है भी किहड़ी मैमरी के किहड़े एड्रैस ते साडी वैल्यू पई है जिस दे उत्ते असीं ये वाला काम करवाउणा। ठीक है, तो हुण मैं तुहानूं एक छोटी जी एक एग्जाम्पल देनी है कि मशीन लैंग्वेज दे विच किवें इंस्ट्रक्शनस असीं टाइप करते हैं तो किस तरह इंस्ट्रक्शन सानूं लिखवाउणी पैंदी है। ठीक है, तो आपां जी एग्जाम्पल देखिए हुण। इस एग्जाम्पल के विच देखो, मान लो ऑपकोड आपां क्या असीं साडा एक ऑपकोड होंदा है ते दूसरा साडा की होंदा है ऑपरेंड। ओके, तो ऑपकोड जी असीं क्या इंस्ट्रक्शन देती
ਦੇਖੋ ਸੋਚੋ ਕਿ ਜਦੋਂ ਹੁਣ ਅਸੀਂ ਕੰਪਿਊਟਰ ਦੇ ਉੱਤੇ ਯੂਜ਼ਰ ਇਸ ਤਰ੍ਹਾਂ ਨਾਲ ਪ੍ਰੋਗਰਾਮ ਟਾਈਪ ਕਰੇਗਾ, ਠੀਕ ਹੈ, ਤਾਂ ਉਹਨੂੰ ਕਿੰਨਾ ਕੁਝ ਯਾਦ ਕਰਨਾ ਪਊਗਾ ਕਿ ਜੇ ਉਹਨੇ 3 ਲਿਖਾਉਣਾ ਹੈ ਤਾਂ ਇਸ ਤਰ੍ਹਾਂ ਲਿਖਾਉਣਾ ਹੈ, ਜੇ ਉਸਨੇ 4 ਲਿਖਾਉਣਾ ਹੈ ਤਾਂ ਇਸ ਤਰ੍ਹਾਂ ਲਿਖਾਉਣਾ ਹੈ। ਤਾਂ ਕੰਪਿਊਟਰ ਤੇ ਕੰਮ ਕਰਨਾ ਕੋਈ ਸੌਖਾ ਨਹੀਂ ਹੋਇਆ ਇੱਕ ਯੂਜ਼ਰ ਲਈ, ਜੇ ਉਹ ਕਿਹੜੀ ਲੈਂਗੁਏਜ ਯੂਜ਼ ਕਰ ਰਿਹਾ, ਮਸ਼ੀਨ ਲੈਂਗੁਏਜ ਯੂਜ਼ ਕਰ ਰਿਹਾ ਹੈ, ਕਿਉਂਕਿ ਇਸ ਦੇ ਵਿੱਚ ਯੂਜ਼ਰ ਨੂੰ ਕਾਫੀ ਕੁਝ ਯਾਦ ਕਰਨਾ ਪੈ ਰਿਹਾ ਹੈ। ਯੂਜ਼ਰ ਲਈ ਇਹ ਵਾਲੀਆਂ ਇੰਸਟਰਕਸ਼ਨਸ ਨੂੰ ਯਾਦ ਕਰਨਾ ਬਹੁਤ ਜ਼ਿਆਦਾ ਔਖਾ ਸੀ, ਠੀਕ ਹੈ। ਤਾਂ ਮਸ਼ੀਨ ਲੈਂਗੁਏਜ ਸਾਡੀ ਇੰਨੀ ਜ਼ਿਆਦਾ ਕਾਮਯਾਬ ਲੈਂਗੁਏਜ ਨਹੀਂ ਹੋਈ, ਬਟ ਅਰਲੀਅਰ ਜਦੋਂ ਤੱਕ ਹੋਰ ਲੈਂਗੁਏਜਸ ਨਹੀਂ ਆਈਆਂ ਸੀ ਤਾਂ ਇਸ ਲੈਂਗੁਏਜ ਦਾ ਯੂਜ਼ ਹੁੰਦਾ ਸੀ। ਤਾਂ ਹੁਣ ਮੈਂ ਤੁਹਾਨੂੰ ਇਸ ਲੈਂਗੁਏਜ ਦੇ ਬੈਨੀਫਿਟਸ ਵੀ ਦੱਸਦੀ ਹਾਂ ਤੇ ਡਿਸਐਡਵਾਂਟੇजेस ਵੀ ਦੱਸਦੀ ਹਾਂ। ਤਾਂ ਇਸ ਦੇ ਜੋ ਐਡਵਾਂਟੇजेस ਨੇ ਤੇ ਇੱਧਰ ਅਸੀਂ ਦੇਖਾਂਗੇ ਡਿਸਐਡਵਾਂਟੇजेस, ਠੀਕ ਹੈ। ਐਡਵਾਂਟੇजेस ਜੋ ਇਹਦੀਆਂ ਹੈਗੀਆਂ, ਸਭ ਤੋਂ ਪਹਿਲਾਂ ਇਹਦੀ ਐਡਵਾਂਟੇਜ ਹੈ ਕਿ ਨੋ ਟ੍ਰਾਂਸਲੇਟਰ ਰਿਕੁਆਇਰਡ। ਇਹਦੇ ਲਈ ਸਾਨੂੰ ਕਿਸੇ ਵੀ ਭਾਸ਼ਾ ਟ੍ਰਾਂਸਲੇਟਰ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਅੱਛਾ, ਸੈਕਿੰਡ ਇਜ਼ ਫਾਸਟ। ਇਹ ਲੈਂਗੁਏਜ ਕੰਮ ਫਾਸਟ ਕਰਦੀ ਹੈ ਕਿਉਂਕਿ ਇਹਦੇ ਵਿੱਚ ਇੰਟਰਮੀਡੀਏਟਰ ਕੋਈ ਵੀ ਨਹੀਂ ਹੈਗਾ, ਕਿਉਂਕਿ ਲੈਂਗੁਏਜ ਟ੍ਰਾਂਸਲੇਟਰ ਨਹੀਂ ਹੈ, ਯੂਜ਼ਰ ਉਹੀ ਲੈਂਗੁਏਜ ਯੂਜ਼ ਕਰ ਰਿਹਾ ਜੋ ਕੰਪਿਊਟਰ ਨੂੰ ਸਮਝ ਆਉਂਦੀ ਹੈ, ਤਾਂ ਸਿੱਧਾ ਹੀ ਕੰਮ ਹੋ ਰਿਹਾ ਹੈ। ਤਾਂ ਕੰਮ ਜੇ ਸਿੱਧਾ ਹੀ ਹੋਊਗਾ ਤਾਂ ਉਹ ਫਾਸਟ ਵੀ ਹੋਊਗਾ, ਠੀਕ ਹੈ। ਤਾਂ ਇਹਦੇ ਐਡਵਾਂਟੇजेस ਨੇ। ਤੇ ਡਿਸਐਡਵਾਂਟੇजेस ਦੇਖੋ, ਡਿਸਐਡਵਾਂਟੇजेस ਤਾਂ ਇਸ ਲੈਂਗੁਏਜ ਦੀਆਂ ਬਹੁਤ ਨੇ। ਨੰਬਰ 1 ਇਜ਼ ਡਿਫਿਕਲਟ ਟੂ ਰਿਮੈਂਬਰ ਫॉर ਯੂਜ਼ਰ। ਇਹ ਲੈਂਗੁਏਜ ਹੈ ਜਿਹੜੀ ਉਹ ਯੂਜ਼ਰਸ ਨੂੰ ਯਾਦ ਕਰਨੀ ਬਹੁਤ ਔਖੀ ਹੈ, ਕਿਉਂਕਿ ਇਹਦੇ ਵਿੱਚ 0 ਤੇ 1 2 ਅੰਕ ਯੂਜ਼ ਹੁੰਦੇ ਆ, ਤਾਂ ਇਹ ਯਾਦ ਕਰਨੀ ਯੂਜ਼ਰ ਲਈ ਬਹੁਤ ਔਖੇ ਹੈ। ਦੂਸਰਾ ਹੈ ਕਿ ਯਾਦ ਕਰਨੀ ਔਖੀ ਹੈ ਤਾਂ ਕੋਡਿੰਗ ਵੀ ਇਹਦੀ ਔਖੀ ਹੋਗੀ। ਜੇ ਯਾਦ ਕਰਨਾ ਔਖਾ ਹੈ ਤਾਂ ਇਹਨੂੰ ਲਿਖਣਾ ਵੀ ਔਖਾ ਹੈ, ਠੀਕ ਹੈ। ਟੇਕ ਮੋਰ ਟਾਈਮ। ਅੱਛਾ, ਇਹਦੇ ਵਿੱਚ ਜਿਹੜੇ ਪ੍ਰੋਗਰਾਮ ਬਣਦੇ ਹੈ ਉਹ ਫਿਰ ਟਾਈਪਿੰਗ ਕਰਨ ਤੇ ਉਹਨਾਂ ਨੂੰ ਟਾਈਮ ਵੀ ਜ਼ਿਆਦਾ ਲੱਗਦਾ ਹੈ। ਨੰਬਰ 4 difficult to find errors। अच्छा, सारी कोडिंग ਜਿਹੜੀ ਸਾਡੀ ਹੋਊਗੀ 0101 ਦੀ ਫਾਰਮ ਚ ਹੋਊਗੀ ਤਾਂ ਸਾਨੂੰ ਇਸ ਚ ਗਲਤੀਆਂ ਲੱਭਣੀਆਂ ਵੀ ਬਹੁਤ ਔਖੀਆਂ ਹੋ ਜਾਣਗੀਆਂ। ਨੰਬਰ 5 ਇਜ਼ ਵਰਕ ਔਨ ਸੇਮ ਮਸ਼ੀਨ। ਅੱਛਾ, ਵਰਕ ਔਨ ਸੇਮ ਮਸ਼ੀਨ ਕੀ ਹੈ? ਇਹਦਾ ਮਤਲਬ ਇਹ ਹੈ ਕਿ ਜਿਸ ਮਸ਼ੀਨ ਦੇ ਉੱਤੇ ਅਸੀਂ ਆਪਣੀ ਇੰਸਟਰਕਸ਼ਨਸ ਜਾਂ ਪ੍ਰੋਗਰਾਮ ਬਣਾਇਆ ਹੈ, ਉਹ ਪ੍ਰੋਗਰਾਮ ਸਿਰਫ ਉਸੇ ਮਸ਼ੀਨ ਦੇ ਲਈ ਹੀ ਚੱਲੇਗਾ ਜਿਸ ਮਸ਼ੀਨ ਤੇ ਉਸਨੂੰ ਬਣਾਇਆ ਗਿਆ, ਉਹ ਹੋਰ ਕਿਸੇ ਮਸ਼ੀਨ ਤੇ ਨਹੀਂ ਚੱਲੇਗਾ। ਮਸ਼ੀਨ ਮਤਲਬ ਕੰਪਿਊਟਰ ਸਿਸਟਮ। ਤਾਂ ਸਾਡੀ ਜੋ ਮਸ਼ੀਨ ਲੈਂਗੁਏਜ ਹੈ ਉਹ ਅਸੀਂ ਕਹਿ ਸਕਦੇ ਹਾਂ ਕਿ ਉਹ ਕੀ ਹੈ? ਮਸ਼ੀਨ ਡਿਪੈਂਡੈਂਟ ਲੈਂਗੁਏਜ ਹੈ ਕਿ ਜਿਸ ਇੱਕ ਮਸ਼ੀਨ ਦੇ ਉੱਤੇ ਉਹ ਬਣ ਗਈ ਹੈ, ਉਹ ਸਿਰਫ ਉਸੇ ਮਸ਼ੀਨ ਦੇ ਉੱਤੇ ਹੀ ਵਰਕ ਕਰੇਗੀ, ਹੋਰ ਮਸ਼ੀਨ ਦੇ ਉੱਤੇ ਵਰਕ ਉਹ ਨਹੀਂ ਕਰੇਗੀ। ਦਿਸ ਇਜ਼ ਆਲ ਅਬਾਊਟ ਮਸ਼ੀਨ ਲੈਂਗੁਏਜ, ਬਾਈਨਰੀ ਲੈਂਗੁਏਜ, ਠੀਕ ਹੈ। ਤਾਂ ਇਹ ਸਾਡੀ ਸੀਗੀ ਫਸਟ ਜਨਰੇਸ਼ਨ ਦੀ ਲੈਂਗੁਏਜ। ਤਾਂ ਇਸ ਦੀਆਂ ਪ੍ਰੋਬਲਮਸ ਨੂੰ ਓਵਰਕਮ ਕਰਨ ਦੇ ਲਈ, ਥੋੜਾ ਬਹੁਤ ਓਵਰਕਮ ਕਰਨ ਦੇ ਲਈ ਜੋ ਸਾਡੀ ਨੈਕਸਟ ਲੈਂਗੁਏਜ ਆਈ ਉਹ ਸੀਗੀ ਸਾਡੀ ਅਸੈਂਬਲੀ ਲੈਂਗੁਏਜ। ਆਪਾਂ ਹੁਣ ਉਹਦੇ ਬਾਰੇ ਪੜ੍ਹਦੇ ਹਾਂ, ਅਸੈਂਬਲੀ ਲੈਂਗੁਏਜ ਬਾਰੇ। ਅਸੈਂਬਲੀ ਲੈਂਗੁਏਜ, ਠੀਕ ਹੈ। ਹੁਣ ਇਹਦੇ ਕੀ ਪੁਆਇੰਟਸ ਮੈਂ ਲਿਖਣ ਜਾ ਰਹੀ ਹਾਂ। ਫਸਟ ਆਫ ਆਲ ਇਹ ਸੈਕੰਡ ਜਨਰੇਸ਼ਨ ਲੈਂਗੁਏਜ ਹੈ ਜਿਹੜੀ ਕਿ ਮਸ਼ੀਨ ਲੈਂਗੁਏਜ ਦੀ ਪ੍ਰੋਬਲਮਸ ਨੂੰ ਓਵਰਕਮ ਕਰਨ ਦੇ ਲਈ ਆਈ ਹੈ, ਠੀਕ ਹੈ। ਇਹ ਸੈਕੰਡ ਜਨਰੇਸ਼ਨ ਲੈਂਗੁਏਜ ਹੈ। ਇਹਨੂੰ ਅਸੀਂ ਸਿੰਬੋਲਿਕ ਲੈਂਗੁਏਜ ਵੀ ਕਹਿੰਦੇ ਹਾਂ। ਸਿੰਬੋਲਿਕ ਲੈਂਗੁਏਜ ਬੇਟਾ ਇਹਨੂੰ ਤਾਂ ਕਹਿੰਦੇ ਆ ਕਿਉਂਕਿ ਇਹਦੇ ਵਿੱਚ 01 ਦੀ ਜਗ੍ਹਾ ਤੇ ਉਸ ਲੈਂਗੁਏਜ ਦੀ ਜਿਹੜੀ ਔਖਿਆਈ ਮੇਨ ਇਹ ਸੀ ਕਿ ਉਸ ਵਿੱਚ ਸਾਰੀਆਂ ਇੰਸਟਰਕਸ਼ਨਸ 01 ਦੀ ਫਾਰਮਸ ਦੇ ਵਿੱਚ ਸੀ। ਤਾਂ ਉਸ ਪ੍ਰੋਬਲਮ ਨੂੰ ਓਵਰਕਮ ਕਰਨ ਦੇ ਲਈ ਸਾਡੇ ਕੋਲ ਅਸੈਂਬਲੀ ਲੈਂਗੁਏਜ ਹੈ। ਅਸੈਂਬਲੀ ਲੈਂਗੁਏਜ ਦੇ ਵਿੱਚ 01 ਨੂੰ ਹਟਾ ਕੇ ਕੁਝ ਸਿੰਬਲਸ ਯੂਜ਼ ਕਰਨ ਲੱਗ ਗਏ ਸੀ ਆਪਣੀ ਇੰਸਟਰਕਸ਼ਨਸ ਦੇ ਲਈ, ਤਾਂ ਇਸ ਕਰਕੇ ਇਹਨੂੰ ਸਿੰਬੋਲਿਕ ਲੈਂਗੁਏਜ ਵੀ ਕਹਿੰਦੇ ਆ। ਤੇ ਉਹ ਜਿਹੜੇ ਅਸੀਂ ਚਿੰਨ੍ਹ ਯੂਜ਼ ਕਰਦੇ ਹਾਂ, ਠੀਕ ਹੈ, ਸਿੰਬੋਲਿਕਸ ਯੂਜ਼ ਕਰਦੇ ਹਾਂ ਜਾਂ ਚਿੰਨ੍ਹ ਯੂਜ਼ ਕਰਦੇ ਹਾਂ, ਉਹਨਾਂ ਨੂੰ ਅਸੀਂ ਨਿਮੋਨਿਕ ਕੋਡਸ ਵੀ ਕਹਿੰਦੇ ਹਾਂ। ਨਿਮੋਨਿਕ ਕੋਡਸ ਫਿਰ ਐਮ ਏ ਸਾਇਲੈਂਟ ਨਿਮੋਨਿਕ ਕੋਡਸ, ਠੀਕ ਹੈ। ਤਾਂ ਹੁਣ ਕਿਹੜੇ ਕੋਡਸ ਹੁੰਦੇ ਆ? ਜਿਵੇਂ ਐਡ, ਸਬਟਰੈਕਟ, ਡਿਵੀਜ਼ਨ, ਮਲਟੀਪਲਾਈ, ਓਕੇ। ਤਾਂ 01 ਲਿਖਣ ਦੀ ਜਗ੍ਹਾ ਤੇ ਅਸੀਂ ਆਪਣੀ AY ਵੇਰੀਏਬਲਸ
कह लो या निमोनिक कोड्स कह लो, इन्होंने असीं की करते हैं यूज़ करते हैं, ठीक है। तो इस च की है कि इन्हों असीं निमोनिक कोड्स लैंग्वेज भी कहते हैं। हम एक गल हो रहा है, ये भी लैंग्वेज साडी की होगी मशीन डिपेंडेंट, ये भी गल याद रखनी है। इस दे विच भी यही सी कि जे ये एक मतलब एक पीसी ते असीं इस लैंग्वेज में यूज़ करके प्रोग्राम बना लिया तो सिर्फ वो उस पीसी पे वर्क करेगा, फर्दर होर पीसी पे वर्क नहीं करेगा, ठीक है। तो हम मैं तुहानूं एक छोटी जी एग्जांपल लैके दसदी हां इस लैंग्वेज च असीं किवें प्रोग्राम बनाते सी, ठीक है। लाइक जिवें मान लो मूव, असीं ए डिमोनिक यूज़ कर रहे हैं मूव, की करो ए वेरीएबल दे विच 2 वैल्यू पा दो तो मैमरी दे विच ए वेरीएबल च कितनी वैल्यू चलेगी 2। नैक्सट ऐड करो, की ऐड करो ए दे विच 2 ऐड कर दो। देखो बेटा पहला मूव की आपां ए वेरीएबल दे विच वैल्यू कितनी मूव करती 2, ए वेरीएबल खाली पिया सी उस वैल्यू 2 चलेगी। फिर नैक्सट असीं ऐड कर रहे हैं ए दे विच जो वैल्यू पई है उहदे विच 2 होर ऐड कर रहे हैं तो फिर इत्थे ए दे विच कितनी वैल्यू आ जाएगी 4। सिमिलरली मान लो मूव बी दे विच 3 वैल्यू मूव करती ते सबट्रैक्ट बी 2 तो बी दे विच असीं 3 वैल्यू मूव करती, फिर उस तो बाद बी दे विच जितनी वैल्यू पई है उहदे विचों 2 माइनस कर दो तो कितनी वैल्यू आ जाएगी 1। तो असैम्बली लैंग्वेज दे विच असीं इस तरह इंस्ट्रक्शनस या इस तरह निमोनिक कोड्स नूं यूज़ करके अपनी इंस्ट्रक्शनस लिखवाते सी। पर ये इन्नी भी ज़्यादा सक्सैसफुल तां नहीं हुई क्योंकि ये भी मशीन डिपेंडेंट लैंग्वेज सीगी, इहदे विच सानूं जिहड़े सिंबल्स याद करने पैंदे सी, इहदे करके साडा प्रोग्राम किसी ज़्यादा लेंथी हो जाता सी, ठीक है। तो हम आपां इहदे भी जो बेनिफिट्स ने ते डिसएडवांटेजेस ने वो भी डिस्कस करते हैं। हाँ जी, ये एडवांटेजेस है जो ते डिसएडवांटेज, ठीक है। एडवांटेजेस एंड डिसएडवांटेजेस पर ये थोड़ा ये सौखा हो गया कि इन्हों लिखना तो याद करना सौखा हो गया, ईजी टू राइट एंड लर्न, इन्हों याद करना तो लिखना सौखा हो गया। ईजी टू फाइंड एरर्स, इस गलतियां लभनियां भी सौखियां हो गई। जो साडी उधर ड्रॉबैक से मशीन लैंग्वेज के वो इधर आके एडवांटेजेस बन गए। तो ये थोड़ा जा की है टाइम भी घट लगती है लैंग्वेज कंपैरेटिवली मशीन लैंग्वेज की, कंपैरेटिवली मशीन लैंग्वेज नॉट ओवरऑल। ड्रॉबैक्स हुण इहदे डिसएडवांटेजेस की है, नीड टू नो इंटरनल हार्डवेयर कंपोनेंट्स। इस लैंग्वेज दे विच ये भी सीगा कि जिहड़ी इंटरनल हार्डवेयर कंपोनेंट्स यूज़ कर रहे हैं या जो भी पेरीफेरल डिवाइसेस अटैच है तो उसकी भी प्रोग्रामिंग नूं समझना पैंदा सी, तो उसकी प्रोग्रामिंग लिए जो कोडिंग चाहिए सी तो वो भी इस लैंग्वेज में करनी पैंदी सी। एंड ये एक ड्रॉबैक असीं पहलां ही डिस्कस करके आए हैं कि ये भी लैंग्वेज साडी सीगी मशीन डिपेंडेंट लैंग्वेज, ठीक है। तो ये साडा सीगा असैम्बली लैंग्वेज पार्ट। एंड द नेक्स्ट एंड द लास्ट is high level language. High level language, हाँ जी बेटा, हाई लेवल लैंग्वेज ये जो साडी लैंग्वेज है ये एप्लीकेशन प्रोग्राम बनाने लई, जो साडी कोडिंग एप्लीकेशन सॉफ्टवेयर बनाने लई जो सानू कोडिंग चाहिए है तो जिहड़ी लैंग्वेजेस चाहिए सानू उहदे लई है साडी हाई लेवल लैंग्वेज एप्लीकेशन सॉफ्टवेयर बनाने लई यूज़ की जाती है। हाँ जी, हुण तक साडी असीं मशीन लैंग्वेज पढ़ी, असैम्बली लैंग्वेज पढ़ी, उहदे ड्रॉबैक्स नूं ओवरकम करन दे लई जो साडी नैक्सट लैंग्वेज आई वो हाई लेवल लैंग्वेज आई। तो ये जिहड़ी लैंग्वेज है साडी थर्ड जनरेशन लैंग्वेज है। मशीन लैंग्वेज जो असीं सिंबल यूज़ किए सी वो जीरो वन किए सी। असैम्बली लैंग्वेज निमोनिक कोड्स आ गए सी, थोड़ा ईजी हो गया सी लर्न करना, बट इन्ना भी नहीं। पर हुण जो साडी थर्ड लैंग्वेज सी वो यूज़र कंपैटिबल लैंग्वेज आई सी। ये यूज़र कंपैटिबल मतलब जो यूज़र नूं सौखा लगदा, ठीक है। तो जो यूज़र नूं सौखा लगदा तो उहदे लई असीं जिहड़ी लैंग्वेज यूज़ कर रहे हैं वो हैगी अपनी हाई लेवल लैंग्वेजेस। असी जो सिस्टम के उत्ते काम करवाने लई जिहड़ी लैंग्वेज यूज़ करते हैं वो इंग्लिश लाइक लैंग्वेज यूज़ करते हैं, इंग्लिश के
ਇੰਗਲਿਸ਼ ਅਸੀਂ ਅਲਫਾਬੈਟਸ ਯੂਜ਼ ਕਰਦੇ ਹਾਂ, ਨਿਊਮਰਲਸ ਯੂਜ਼ ਕਰਦੇ ਹਾਂ, ਠੀਕ ਹੈ, ਜਾਂ ਸਪੈਸ਼ਲ ਸਿੰਬਲਸ ਯੂਜ਼ ਕਰਦੇ ਹਾਂ। ਤਾਂ ਹਾਈ ਲੈਵਲ ਲੈਂਗੁਏਜ ਜਾਂ ਥਰਡ ਜਨਰੇਸ਼ਨ ਲੈਂਗੁਏਜ ਦੇ ਵਿੱਚ ਅਸੀਂ ਇਹੀ ਯੂਜ਼ ਕਰਾਂਗੇ, ਨਿਊਮਰਲਸ ਯੂਜ਼ ਕਰਾਂਗੇ, ਠੀਕ ਹੈ, ਆਪਣੇ ਅਲਫਾਬੈਟਸ ਯੂਜ਼ ਕਰਾਂਗੇ, A to Z, A to Z 0 to 9 और स्पेशल सिंबल्स लाइक दिस, ठीक है। ये सारे जो है ਆਪਾਂ अपने जो थर्ड हाई लैवल लैंग्वेज ਦੇ ਵਿੱਚ ਇਹ ਚੀਜ਼ਾਂ ਯੂਜ਼ ਹੁੰਦੀਆਂ ਜਿਨ੍ਹਾਂ ਨੂੰ ਕਿ ਯੂਜ਼ਰ ਈਜ਼ੀਲੀ ਅੰਡਰਸਟੈਂਡ ਕਰ ਸਕਦਾ ਹੈ, ਠੀਕ ਹੈ। ਇੱਕ ਆਪਣਾ ਕੀ ਪੁਆਇੰਟ ਛੋਟਾ ਜਿਹਾ ਰਹਿ ਗਿਆ ਅਸੈਂਬਲੀ ਲੈਂਗੁਏਜ ਡਿਸਕਸ ਕਰਦੇ ਹੋਏ, ਤਾਂ ਇਸ ਨੂੰ ਸਟਾਪ ਕਰਕੇ ਮੈਂ ਪਹਿਲਾਂ ਉਹ ਕੀ ਪੁਆਇੰਟ ਤੁਹਾਨੂੰ ਡਿਸਕਸ ਕਰਦੀ ਹਾਂ ਕਿ ਕੀ ਸੀ ਉਹਦੇ ਵਿੱਚ ਮਸ਼ੀਨ ਲੈਂਗੁਏਜ ਸਾਨੂੰ ਕਿਸੇ ਭਾਸ਼ਾ ਟਰਾਂਸਲੇਟਰ ਦੀ ਲੋੜ ਨਹੀਂ ਸੀ, ਪਰ ਅਸੈਂਬਲੀ ਲੈਂਗੁਏਜ ਦੇ ਵਿੱਚ ਅਸੀਂ ਸਿੰਬਲਸ ਯੂਜ਼ ਕਰਨ ਲੱਗੇ ਸੀ, ਨਿਮੋਨਿਕਸ ਯੂਜ਼ ਕਰਨ ਲੱਗੇ ਸੀ। ਤਾਂ ਉਹ ਨਿਮੋਨਿਕਸ ਨੂੰ ਮਸ਼ੀਨ ਲੈਂਗੁਏਜ ਤਾਂ ਅੰਡਰਸਟੈਂਡ ਨਹੀਂ ਕਰਦੀ ਨਾ, ਕੰਪਿਊਟਰ ਮਸ਼ੀਨ ਲੈਂਗੁਏਜ ਅੰਡਰਸਟੈਂਡ ਕਰਦਾ ਹੈ। ਤਾਂ ਮਸ਼ੀਨ ਲੈਂਗੁਏਜ ਨੂੰ ਸਮਝਾਉਣ ਦੇ ਲਈ ਨਿਮੋਨਿਕਸ ਸਾਨੂੰ ਟਰਾਂਸਲੇਟ ਕਰਨੇ ਪੈਣੇ ਸੀ ਮਸ਼ੀਨ ਲੈਂਗੁਏਜ ਦੇ ਵਿੱਚ, ਠੀਕ ਹੈ। ਤਾਂ ਅਸੈਂਬਲੀ ਲੈਂਗੁਏਜ ਦੇ ਵਿੱਚ ਫਿਰ ਇੱਕ ਅਸੈਂਬਲਰ ਭਾਸ਼ਾ ਟਰਾਂਸਲੇਟਰ ਯੂਜ਼ ਹੁੰਦਾ ਹੈ, ਅਸੈਂਬਲਰ, ਓਕੇ। ਅਸੈਂਬਲਰ ਯੂਜ਼ ਹੁੰਦਾ ਹੈ ਭਾਸ਼ਾ ਟਰਾਂਸਲੇਟਰ, ਜਿਹੜਾ ਕਿ ਸਾਡੇ ਨਿਮੋਨਿਕਸ ਕੋਡਸ ਨੂੰ ਕਿਹਦੇ ਵਿੱਚ ਕਨਵਰਟ ਕਰਦਾ ਹੈਗਾ, ਮਸ਼ੀਨ ਲੈਂਗੁਏਜ ਕਨਵਰਟ ਕਰਦਾ ਹੈ। ਬਾਕੀ ਸੈਕਿੰਡ ਇਸ ਵੀਡੀਓ ਲੈਕਚਰ ਦੇ ਸੈਕਿੰਡ ਪਾਰਟ ਦੇ ਵਿੱਚ ਮੈਂ ਅਸੈਂਬਲਰਸ ਬਾਰੇ ਡਿਟੇਲ 'ਚ ਡਿਸਕਸ ਕਰੂੰਗੀ। ਤਾਂ ਫਿਲਹਾਲ ਤੁਹਾਨੂੰ ਥੋੜਾ ਜਿਹਾ ਮੈਂ ਦੱਸ ਰਹੀ ਹਾਂ। ਤਾਂ ਥਰਡ ਜਨਰੇਸ਼ਨ ਲੈਂਗੁਏਜ ਯੂਜ਼ਰ ਕੰਪੈਟੀਬਲ ਇਹ ਹੋ ਗਿਆ। ਤਾਂ ਇਹਦੇ ਵਿੱਚ ਵੀ ਸਾਨੂੰ ਜੋ ਲੈਂਗੁਏਜ ਟਰਾਂਸਲੇਟਰ ਚਾਹੀਦਾ ਹੈ, ਲੈਂਗੁਏਜ ਟਰਾਂਸਲੇਟਰਸ, ਕਿਉਂ ਹੁਣ ਤੁਸੀਂ ਸਮਝ ਗਏ ਹੋਣਗੇ ਕਿ ਇਹਦੇ ਵਿੱਚ ਸਾਨੂੰ ਲੈਂਗੁਏਜ ਟਰਾਂਸਲੇਟਰ ਕਿਉਂ ਚਾਹੀਦਾ ਹੈ, ਕਿਉਂਕਿ ਇਹ ਸਾਡੀ ਯੂਜ਼ਰ ਕੰਪੈਟੀਬਲ ਲੈਂਗੁਏਜ ਹੈ। ਇੰਗਲਿਸ਼ ਲਾਈਕ ਲੈਂਗੁਏਜ ਯੂਜ਼ ਅਸੀਂ ਕਰਨ ਲੱਗ ਜਾ ਰਹੇ ਹਾਂ, ਤਾਂ ਸਾਡੀ ਜੋ ਕੰਪਿਊਟਰ ਦੀ ਮੈਮਰੀ ਹੈ ਜਾਂ ਕੰਪਿਊਟਰ ਹੈ ਉਹ ਬਾਈਨਰੀ ਲੈਂਗੁਏਜ ਹੀ ਅੰਡਰਸਟੈਂਡ ਕਰਦਾ ਹੈ। ਤਾਂ ਉਸ ਦੇ ਵਿੱਚ ਕਨਵਰਟ ਕਰਨ ਲਈ ਸਾਨੂੰ ਲੈਂਗੁਏਜ ਟਰਾਂਸਲੇਟਰ ਚਾਹੀਦੇ ਹੈ। ਤਾਂ ਇਹਦੇ ਵਿੱਚ ਜੋ ਲੈਂਗੁਏਜ ਟਰਾਂਸਲੇਟਰ ਯੂਜ਼ ਕਰਦੇ ਹਾਂ ਉਹ ਕੰਪਾਈਲਰ ਤੇ ਇੰਟਰਪ੍ਰੇਟਰ ਯੂਜ਼ ਕਰਦੇ ਹਾਂ, ਠੀਕ ਹੈ। ਕੰਪਾਈਲਰ ਤੇ ਇੰਟਰਪ੍ਰੇਟਰ, ਹੁਣ ਇਹਦੇ ਬਾਰੇ ਵੀ ਆਪਾਂ ਅੱਗੇ ਪੜਾਂਗੇ। ਬਸ ਤੁਸੀਂ ਇੱਥੇ ਸਿਰਫ ਇੰਨਾ ਮਾਈਂਡ ਸੈੱਟ ਕਰੋ ਕਿ ਸਾਡੀ ਜੋ ਹਾਈ ਲੈਵਲ ਲੈਂਗੁਏਜ ਹੈ, ਯੂਜ਼ਰ ਦੀ ਲੈਂਗੁਏਜ ਹੈ, ਇੰਗਲਿਸ਼ ਲਾਈਕ ਲੈਂਗੁਏਜ ਹੈ, ਉਹਨੂੰ ਮਸ਼ੀਨੀ ਲੈਂਗੁਏਜ 'ਚ ਕਨਵਰਟ ਕਰਨ ਲਈ ਜੋ ਅਸੀਂ ਟਰਾਂਸਲੇਟਰਸ ਯੂਜ਼ ਕਰ ਰਹੇ ਹਾਂ ਉਹ ਹੈਗਾ ਕੰਪਾਈਲਰ ਐਂਡ ਇੰਟਰਪ੍ਰੇਟਰ, ਠੀਕ ਹੈ, ਇੰਟਰਪ੍ਰੇਟਰ। ਤਾਂ ਇਹਦੇ ਬਾਰੇ ਹੁਣ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਸਾਡੀਆਂ ਅੰਗਰੇਜ਼ੀ ਭਾਸ਼ਾ ਮਤਲਬ ਅਲਫਾਨੁਮੈਰਿਕ ਸਿੰਬਲਸ ਜਾਂ ਐਪਲੀਕੇਸ਼ਨ ਸੌਫਟਵੇਅਰ ਲਈ ਜੋ ਅਸੀਂ ਲੈਂਗੁਏਜਸ ਇਹਦੇ ਵਿੱਚ ਯੂਜ਼ ਕਰਾਂਗੇ, C++, ਜਾਵਾ, ਕੋਬੋਲ, ਪਾਸਕਲ, ਠੀਕ ਹੈ, ਫੋਰਟਰਨ, C#, ਠੀਕ ਹੈ। ਇਹ ਸਾਰਾ ਕੁਝ ਅਸੀਂ ਸਾਡੀਆਂ ਹਾਈ ਲੈਵਲ ਲੈਂਗੁਏਜ ਜੋ ਐਪਲੀਕੇਸ਼ਨ ਸੌਫਟਵੇਅਰ ਬਣਾਉਣ ਦੇ ਵਿੱਚ ਯੂਜ਼ ਹੁੰਦੀਆਂ। ਤਾਂ ਥਰਡ ਜਨਰੇਸ਼ਨ ਲੈਂਗੁਏਜਸ ਸਾਡੀਆਂ ਜਿਹੜੀਆਂ ਹੈਗੀਆਂ ਉਹ ਪ੍ਰੋਸੀਜਰਲ ਭਾਸ਼ਾਵਾਂ ਨੂੰ ਪ੍ਰੋਗਰਾਮ ਬਣਾਉਣ ਲਈ ਛੋਟੇ ਛੋਟੇ ਪ੍ਰੋਸੀਜਰ ਜਾਂ ਸਬ ਰੂਟੀਨ ਵਿੱਚ ਵੰਡ ਕੇ ਬਣਾਇਆ ਜਾਂਦਾ ਸੀ। ਮਤਲਬ ਇਹਦੇ ਵਿੱਚ ਕੀ ਹੈ, ਉਹ ਹਾਈ ਲੈਵਲ ਲੈਂਗੁਏਜਸ ਸਾਡੇ ਕੋਲ ਇੱਕ ਫੈਸਿਲਿਟੀ ਆ ਗਈ ਸੀ ਕਿ ਅਸੀਂ ਇਹਨੂੰ ਪ੍ਰੋਸੀਜਰਲ ਲੈਂਗੁਏਜਸ ਕਹਿ ਦਿੰਦੇ ਹਾਂ। ਪ੍ਰੋਸੀਜਰਲ ਮੀਨਸ, ਪ੍ਰੋਸੀਜਰ ਮਤਲਬ ਇਹ ਹੁੰਦਾ ਹੈ ਕਿ ਪ੍ਰੋਗਰਾਮ ਨੂੰ ਛੋਟੇ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਅਸੀਂ ਉਹਨੂੰ ਬਣਾ ਸਕਦੇ ਹਾਂ, ਸੌਫਟਵੇਅਰ ਨੂੰ ਜਾਂ ਇੰਸਟਰਕਸ਼ਨਸ ਨੂੰ ਛੋਟੇ ਛੋਟੇ ਪਾਰਟਸ ਜਾਂ ਸਬ ਰੂਟੀਨਸ ਦੇ ਵਿੱਚ ਅਸੀਂ ਲਿਖ ਸਕਦੇ ਹਾਂ, ਠੀਕ ਹੈ। ਤਾਂ ਇਹ ਸਾਡੀਆਂ ਜਿਹੜੀਆਂ ਲੈਂਗੁਏਜਸ ਹੈ ਪ੍ਰੋਸੀਜਰਲ ਲੈਂਗੁਏਜਸ ਹੈ, C++, ਜਾਵਾ, ਕੋਬੋਲ, ਪਾਸਕਲ। ਨੌਨ ਪ੍ਰੋਸੀਜਰਲ ਕਿਹੜੀਆਂ ਹੁੰਦੀਆਂ, ਜਿਹੜੀਆਂ ਕਿ ਡਾਟਾਬੇਸ ਬਣਾਉਣ ਲਈ ਯੂਜ਼ ਕੀਤੀਆਂ ਜਾਂਦੀਆਂ, ਉਹ ਸਾਡੀਆਂ ਨੌਨ ਪ੍ਰੋਸੀਜਰਲ ਲੈਂਗੁਏਜਸ ਹੁੰਦੀਆਂ, ਲਾਈਕ SQL, ਵਿਜ਼ੂਅਲ ਬੇਸਿਕ, ਠੀਕ ਹੈ। ਇਹ ਸਾਰੀਆਂ ਤੁਹਾਡੀਆਂ ਜਿਹੜੀਆਂ ਹੁੰਦੀਆਂ ਨੌਨ ਪ੍ਰੋਸੀਜਰਲ ਲੈਂਗੁਏਜਸ ਹੁੰਦੀਆਂ। ਤਾਂ ਹੁਣ ਆਪਾਂ ਹਾਈ ਲੈਵਲ ਲੈਂਗੁਏਜਸ ਦੇ ਬੈਨੀਫਿਟ ਤੇ ਇਹਦੇ ਡਿਸਐਡਵਾਂਟੇਜਸ ਤੁਹਾਨੂੰ ਦੱਸ ਦਈਏ। ਤੇ ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਪਹਿਲਾਂ ਦੱਸ ਦਿੰਦੀ ਹਾਂ। ਇਹ ਤੁਸੀਂ C ਲੈਂਗੁਏਜ ਦੇ ਵਿੱਚ ਕੋਈ ਵੀ ਪ੍ਰੋਗਰਾਮ ਬਣਾਉਂਦੇ ਹੋ, ਤੁਹਾਡਾ ਹਾਈ ਲੈਵਲ ਲੈਂਗੁਏਜ ਹੈ, ਮੰਨ ਲਓ ਤੁਸੀਂ ਇਸ ਤਰ੍ਹਾਂ ਬਣਾਉਂਦੇ ਹੋ ਨਾ, ਹੈਸ਼ ਇਨਕਲੂਡ ਦੇਖੋ ਇੱਥੇ ਅਸੀਂ ਇੰਗਲਿਸ਼ ਲੈਂਗੁਏਜ ਯੂਜ਼ ਕਰ ਰਹੇ ਹਾਂ, ਠੀਕ ਹੈ। ਤਾਂ ਇੰਗਲਿਸ਼ ਲੈਂਗੁਏਜ ਜੋ ਅਸੀਂ ਯੂਜ਼ ਕਰ ਰਹੇ ਹਾਂ ਇਸ ਤਰ੍ਹਾਂ, ਇਹ ਸਾਡੀ ਜਿਹੜੀ ਹੈਗੀ ਹੈ ਇਹ ਹਾਈ ਲੈਵਲ ਲੈਂਗੁਏਜ ਹੈ, ਇਹ ਇੰਗਲਿਸ਼ ਲਾਈਕ ਲੈਂਗੁਏਜ ਹੈ। ਇਸ ਕੋਡਿੰਗ ਨੂੰ ਕਨਵਰਟ ਕਰਨ ਦੇ ਲਈ ਅਸੀਂ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਨ ਦੇ ਲਈ ਸਾਨੂੰ ਕੰਪਾਈਲਰ ਤੇ ਇੰਟਰਪ੍ਰੇਟਰ ਦੀ ਜ਼ਰੂਰਤ ਪਏਗੀ, ਜੋ ਅਸੀਂ ਅੱਗੇ ਜਾ ਕੇ ਹੋਰ ਡਿਟੇਲ 'ਚ ਤੁਹਾਨੂੰ ਮੈਂ ਇਸ ਦੇ ਬਾਰੇ ਦੱਸੂੰਗੀ। ਤਾਂ ਸਮਝ ਗਏ ਹੋਵੋਗੇ ਤੁਸੀਂ ਵੀ ਇਹ ਕੀ ਚੀਜ਼ ਹੈ। ਅਸੀਂ ਹਾਈ ਲੈਵਲ ਲੈਂਗੁਏਜ ਨੂੰ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਨਾ ਹੈ। ਤਾਂ ਇਹਦੀ ਐਗਜ਼ਾਮਪਲ ਹਾਈ ਲੈਵਲ ਲੈਂਗੁਏਜ ਦੀ ਜਿਹੜੀ ਕਿ ਅਸੀਂ ਆਮ ਯੂਜ਼ ਕਰਦੇ ਹਾਂ। ਪਰ ਇਹਦੇ ਬੈਨੀਫਿਟਸ ਹੈ ਜੋ ਡਿਸਐਡਵਾਂਟੇਜਸ ਹੈ ਉਹ ਦੇਖੀਏ। ਸਭ ਤੋਂ ਪਹਿਲਾਂ ਇਹਨੂੰ ਯਾਦ ਕਰਨਾ ਸੌਖਾ ਹੈ, ਈਜ਼ੀ ਟੂ ਲਰਨ, ਫॉर ਹਿਊਮਨ ਬੀਇੰਗ ਐਂਡ ਈਜ਼ੀ ਟੂ ਰਾਈਟ।
ਸਭ ਤੋਂ ਵੱਡਾ ਬੈਨੀਫਿਟ ਹੈ ਕਿ ਇਹ ਮਸ਼ੀਨ ਇੰਡੀਪੈਂਡੈਂਟ ਲੈਂਗੁਏਜ ਹੈ। मशीन इंडिपेंडेंट मीन्स ये सिर्फ उसी मशीन पर वर्क नहीं करेगी, ये प्रोग्राम सिर्फ उसी मशीन पर वर्क नहीं करेगा जिस मशीन पर बनाया हुआ है। फर्दर होर भी किसी भी सिस्टम पर तुम इन्हें चला सकते हो, ठीक है। नंबर 4 इज इजी टू फाइंड एरर्स एंड करेक्ट। असी आसानी नाल अपनी गलतियां लभ सकते हैं तो उन्होंने ठीक कर सकते हैं। तो ये मेन बेनीफिट्स ने ये। तो ये ड्रॉबैक्स है, जो ये ड्रॉबैक्स है वो ये है नीड मोर मैमरी। ये इंग्लिश लाइक सिंटैक्स असी यूज़ करते हैं तो ये जो सानू मैमरी है जी, ठीक है, वो ज़्यादा मैमरी चाहिए है। तो ये एक ड्रॉबैक है। तो हाई लैवल लैंग्वेजेस जो भी असी डिस्कस कर चुके हैं। तो बेटा ये सीगा अपना सारा जो अज का लैक्चर। ये थोड़ा चैप्टर हजे पूरा नहीं होया। चैप्टर के नैक्सट पार्ट के असी भाषा ट्रांसलेटर्स बारे पढ़ांगे। इसका सैकेंड पार्ट है जो वो भी उस असी अगले नैक्सट टॉपिक जो साडे रह गए वो नैक्सट पार्ट के कवर अप करांगे। तो तुसी ये जिहड़ियां टर्म्स है चंगी तरह अंडरस्टैंड कर लेंगे, क्योंकि जो ये टर्म्स तुहानूं क्लीयर होणगियां तो साडे अगले टॉपिक भी तुहानूं ईजली समझ आ जाएंगे। ठीक है बेटा, थैंक यू, बाय बाय।